सत श्री अकाल दोस्तों, मैं हरजोत सिंह तुहाडा सारिਆਂ ਦਾ ट्रू प्रमोशन चैनल ਤੇ स्वागत करता हाँ। ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਸਪੈਸ਼ਲ ਗੈਸਟ ਤੁਹਾਡੇ ਵਾਸਤੇ ਕਿ ਇੱਕ ਵੂਮਨ ਜੇ ਆਪਾਂ ਹਾਰਡ ਵਰਕ ਦੀ ਗੱਲ ਕਰੀਏ ਆਪਣੇ ਪ੍ਰੋਫੈਸ਼ਨ ਦੇ ਵਿੱਚ ਇੰਨਾ ਕੁ ਹਾਰਡ ਵਰਕ ਕਰ ਰਹੇ ਨੇ ਤੇ ਕਰ ਵੀ ਚੁੱਕੇ ਨੇ ਕਿ ਮੈਨੂੰ ਇਹ ਪਰਸਨਲੀ ਫੀਲ ਹੋਇਆ ਕਿ ਉਹਨਾਂ ਦਾ ਹਾਰਡ ਵਰਕ ਸਾਨੂੰ ਸਾਰਿਆਂ ਸਾਹਮਣੇ ਦਿਖਾਉਣਾ ਚਾਹੀਦਾ ਹੈ। ਸੋ ਮੇਰੀ ਮੁਰਾਦ ਮੈਡਮ ਪਰਮਿੰਦਰ ਜੀ, ਤੁਹਾਡਾ ਮੈਡਮ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ। ਸਤਿ ਸ਼੍ਰੀ ਅਕਾਲ ਦੋਸਤੋ। ਸੋ ਬੇਸਿਕਲੀ ਮੈਡਮ ਪਰਮਿੰਦਰ ਜੀ ਮੈਡੀਕਲ ਲਾਈਨ ਦੇ ਨਾਲ ਰਿਲੇਟਡ ਨੇ ਤੇ ਇਹ ਆਪਣੇ ਬਾਰੇ ਇਹਨਾਂ ਦੇ ਬਾਰੇ ਅਸੀਂ ਬਹੁਤ ਕੁਝ ਜਾਣਾਂਗੇ। ਪਰ ਮੈਡਮ ਜੀ ਸਭ ਤੋਂ ਪਹਿਲੇ ਅਸੀਂ ਜਾਣਦੇ ਹਾਂ ਕਿ ਤੁਹਾਡੇ ਫੈਮਿਲੀ ਬੈਕਗ੍ਰਾਉਂਡ ਬਾਰੇ ਤੁਸੀਂ ਥੋੜਾ ਜਿਹਾ ਸਾਨੂੰ ਦੱਸੋ। एक्चुअली मैं आलोवाल पिंड तो हुशियारपुर तो रहने वाली हाँ। और अगर फैमिली की गल करा सी 4 सिस्टर 2 ब्रदर है। और फैमिली तो शुरू तो देखते आए कि पापा सिंगल पर्सन सी घर दे विचों कमांड पाल वाले और मदर हाउसवाइफ सी। और अगर देखा जाए तो मोस्टली सारे दे ब्रदर ਜਿਹੜੇ ਵੱਡੇ ਆ ਉਹ ਹੱਥ ਵਟਾਉਂਦੇ ਆ ਜੀ ਜੀ। ਪਰ ਮੇਰੇ ਪਿਤਾ ਜੀ ਇਕੱਲੇ ਕਮਾਉਣ ਵਾਲੇ ਸੀ ਤੇ ਮੈਨੂੰ ਸਟਾਰਟਿੰਗ ਤੋਂ ਸ਼ੁਰੂ ਤੋਂ ਮੈਂ ਦੇਖਦੀ ਆ ਰਹੀ ਸੀ ਕਿ ਉਹ ਬਹੁਤ ਹਾਰਡ ਵਰਕ ਕਰ ਰਹੇ ਨੇ ਤੇ ਮੇਰੇ ਕੋ ਆਪਣੇ ਘਰ ਦੀ ਕੰਡੀਸ਼ਨ ਵੀ ਨਹੀਂ ਦੇਖੀ ਜਾਂਦੀ ਸੀ। ਅਸੀਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਜੀ। ਔਰ ਸਟਾਰਟਿੰਗ ਤੋਂ ਹੀ ਬੜਾ ਹਾਰਡ ਵਰਕ ਕੀਤਾ। ਜਦ ਮੈਂ ਛੋਟੀ ਸੀ ਤਦ ਤੋਂ ਹੀ ਆਪਣੇ ਪਾਪਾ ਨੂੰ ਸਟਰਗਲ ਕਰਦੇ ਦੇਖਦੀ ਹੁੰਦੀ ਸੀ। ਇਦਾਂ ਦੇ ਦਿਨ ਵੀ ਦੇਖੇ ਕਿ ਕਿਸੇ ਟਾਈਮ ਸਾਨੂੰ ਜਿਸ ਤਰ੍ਹਾਂ ਪੁਰਾਣੇ ਟਾਈਮ ਇਦਾਂ ਦੇ ਸੀਗੇ ਕਿ ਲੋਕਾਂ ਦੀਆਂ ਵਾਢੀਆਂ ਕਰਨੀਆਂ ਪੈਂਦੀਆਂ ਸੀ। ਕਣਕਾਂ ਵੱਢ ਕੇ ਅਸੀਂ ਸਕੂਲੋਂ ਆਉਣਾ ਔਰ ਬਸਤੇ ਸੁੱਟਣੇ ਆਪਣੇ ਫਟਾਫਟ ਖੇਤਾਂ 'ਚ ਚਲੇ ਜਾਣਾ ਔਰ ਕਣਕਾਂ ਵੱਢ ਕੇ ਘਰੇ ਆ ਕੇ ਆਪਣਾ ਖਾਣਾ ਪੀਣਾ ਖਾਣਾ, ਰਾਤ ਦੀ ਰੋਟੀ ਇਕੱਠੇ ਖਾਣੀ। ਉਹ ਦਿਨ ਅਜੇ ਵੀ ਜਦੋਂ ਮੈਂ ਯਾਦ ਕਰਦੀ ਹਾਂ ਤਾਂ ਬਹੁਤ ਸਟਰਗਲ ਕੀਤਾ ਉਸ ਟਾਈਮ। ਸ਼ੁਰੂ ਤੋਂ ਹੀ ਬਚਪਨ ਤੋਂ ਹੀ ਬਹੁਤ ਸੁਪਨੇ ਦੇਖਦੀ ਹੁੰਦੀ ਸੀ ਕਿ ਮੈਂ ਆਪਣੇ ਪਾਪਾ ਦਾ ਹੱਥ ਵਟਾਵਾਂਗੀ। ਬਹੁਤ ਕੁਝ ਕਰਨਾ ਚਾਹੁੰਦੀ ਸੀ ਪਰ ਹਾਲਾਤ ਕੁਛ ਇਸ ਤਰ੍ਹਾਂ ਦੇ ਸੀਗੇ ਕਿ ਮੈਂ ਨਹੀਂ ਕਰ ਪਾਈ। ਔਰ ਕਿਉਂਕਿ ਟਾਈਮ ਵੀ ਇਦਾਂ ਦਾ ਸੀਗਾ ਕਿ ਉਸ ਟਾਈਮ ਫੈਮਿਲੀ ਚੋਂ ਇੱਕ ਪਰਸਨ ਅਗਰ ਕਮਾਉਂਦਾ ਹੋਵੇ ਤੇ ਉਹਦੀ ਸੈਲਰੀ ਉਸ ਟਾਈਮ ਸੈਲਰੀ ਵੀ ਬਹੁਤ ਘੱਟ ਸੀ। ਪਰ ਅੱਜ ਉਹਨਾਂ ਨੂੰ ਦੇਖਦੇ ਦੇਖਦੇ ਉਹਨਾਂ ਤੋਂ ਹੀ ਇੰਸਪੀਰੇਸ਼ਨ ਲੈ ਕੇ ਅੱਗੇ ਵਧੀ ਔਰ ਅੱਗੇ ਵਧ ਕੇ ਫਿਰ ਮੈਂ ਸੋਚਿਆ ਕਿ ਸਟੱਡੀ ਕਰਾਂਗੀ। ਬਾਹਰ ਜਾਣਾ ਚਾਹੁੰਦੀ ਸੀ ਪਹਿਲੇ ਤੇ ਖੁਆਇਸ਼ ਮੇਰੀ ਇਹ ਸੀਗੀ। ਮੈਂ ਇੱਥੇ ਇੱਕ ਚੀਜ਼ ਹੋਰ ਐਡ ਕਰਨੀ ਚਾਹੂੰਗਾ ਕਿ ਜਿਸ ਤਰ੍ਹਾਂ ਤੁਸੀਂ ਆਪਣਾ ਸਟਰਗਲ ਕਰ ਰਹੇ ਸੀਗੇ ਬਚਪਨ ਤੋਂ ਹੀ, ਜਿਵੇਂ ਤੁਸੀਂ ਦੱਸਿਆ ਕਿ ਫਾਦਰ ਮਦਰ ਦੀ ਤੁਸੀਂ ਹੈਲਪ ਕਰਦੇ ਸੀ, ਚਾਹੇ ਉਹ ਕਣਕਾਂ ਹੋ ਗਈਆਂ ਜਾਂ ਕੋਈ ਵੀ ਕੰਮ ਹੋ ਗਿਆ, ਉਸ ਟਾਈਮ ਤੇ ਕਿਹੋ ਜਿਹੀ ਫੀਲਿੰਗ ਹੁੰਦੀ ਸੀ? ਉਸ ਟਾਈਮ ਐਕਚੁਅਲੀ ਸੋਚਿਆ ਨਹੀਂ ਸੀ ਇੰਨਾ ਕਿਉਂਕਿ ਫੈਮਿਲੀ ਰਿਲੇਸ਼ਨ ਦੇ ਵਿੱਚ ਜ਼ਿਆਦਾ ਜੁੜੇ ਹੋਣ ਕਰਕੇ ਬਾਹਰ ਨਹੀਂ ਬਹੁਤਾ ਜ਼ਿਆਦਾ ਸੋਚਦੀ ਸੀਗੀ ਕਿ ਕੁਝ ਕਰਨਾ ਜਾਂ ਕਿੱਦਾਂ, ਕਿਉਂਕਿ ਕੋਈ ਐਜੂਕੇਸ਼ਨ ਬਾਰੇ ਇੰਨਾ ਨਹੀਂ ਨੌਲੇਜ ਸੀਗੀ ਕਿ ਆਪਾਂ ਪੜ੍ਹ ਲਿਖ ਕੇ ਵੱਡੇ ਬਣ ਗਏ। ਬਟ ਇਹ ਸੀ ਮਨ ਦੇ ਵਿੱਚ ਕਿ ਫੈਮਿਲੀ ਦੀ ਸਪੋਰਟ ਕਰਨੀ ਹੈ। ਕਿਤੇ ਨਾ ਕਿਤੇ ਪਾਪਾ ਇਕੱਲੇ ਕਮਾਉਣੇ ਵਾਲੇ ਆ, ਉਹਨਾਂ ਦਾ ਹੱਥ ਵਟਾਂਗੀ। ਕਿਤੇ ਨਾ ਕਿਤੇ ਆਪਣੀ ਪਹਿਚਾਣ ਵੀ ਬਣਾਉਣਾ ਚਾਹੁੰਦੀ ਸੀ ਕਿ ਮੇਰੀ ਪਹਿਚਾਣ ਕਿਤੇ ਦੱਬ ਕੇ ਨਾ ਰਹਿ ਜਾਏ, ਇੱਕ ਅਲੱਗ ਪਹਿਚਾਣ ਬਣਾਉਣਾ ਚਾਹੁੰਦੀ। ਸ਼ੁਰੂ ਤੋਂ ਹੀ ਤੁਹਾਡਾ ਮਤਲਬ ਕਿ ਦਿਮਾਗ ਦੇ ਵਿੱਚ ਸੀ ਕਿ ਮੈਂ ਆਪਣੇ ਆਪ ਨੂੰ ਇੱਕ ਅਲੱਗ ਮਿਸਾਲ ਦੇ ਤੌਰ ਤੇ ਹੈ। ਤੇ ਉਸ ਤੋਂ ਬਾਅਦ ਦਾ ਜੀਵਨ ਜਿਹੜਾ ਤੁਸੀਂ ਦੱਸਿਆ ਕਿ ਸਟੱਡੀ ਦੇ ਵਿੱਚ ਤੁਸੀਂ ਕਿੱਥੋਂ ਤੱਕ ਸਟੱਡੀ ਕੀਤੀ ਹੈ? ਦੇਖਿਏ ਹਰਜੋਤ ਜੀ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਨੇ ਬਹੁਤ ਸਟੱਡੀ ਕੀਤੀ ਹੈ। ਅੱਜ ਮੈਂ ਦੇਖਦੀ ਹਾਂ ਕਿ ਸ਼ਾਇਦ ਮੇਰੀ ਪਹੁੰਚ ਉੱਥੇ ਤੱਕ ਨਹੀਂ ਸੀ। ਪੜ੍ਹਨਾ ਚਾਹੁੰਦੀ ਸੀ ਪਰ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਮੇਰੇ ਪਾਪਾ ਇਕੱਲੇ ਕਮਾਉਣ ਵਾਲੇ ਸੀ, ਖਰਚਾ ਨਹੀਂ ਕਰ ਸਕਦੇ ਸੀ ਕਿਉਂਕਿ 4 ਸਿਸਟਰ 2 ਬ੍ਰਦਰ, ਫੈਮਿਲੀ ਵੱਡੀ ਸੀ, ਸਾਰਿਆਂ ਦੇ ਖਰਚੇ ਬਹੁਤ ਮੁਸ਼ਕਲ ਹੋ ਰਿਹਾ ਸੀ। ਹੱਥ ਟਾਈਟ ਸੀਗਾ ਇੱਕ ਤਰ੍ਹਾਂ। +2 ਕੀਤੀ, ਮੈਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਹਾਂ ਪਰ +2 ਕੀਤੀ। ਖੇਡਾਂ ਦੇ ਵਿੱਚੋਂ ਰੁਝਾਨ ਸੀ, ਮੇਰੀ ਰੁਚੀ ਖੇਡਾਂ ਦੇ ਵਿੱਚ ਸੀ। ਔਰ ਜਦੋਂ ਮੈਂ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਦੇ ਵਿੱਚ ਦਾਖਲਾ ਲੈਣ ਗਈ, ਫਾਰਮ ਫਿਲ ਕਰ ਦਿੱਤਾ। ਲਾਸਟ ਮੂਮੈਂਟ ਤੇ ਸਿਰਫ ਫੀਸ ਡਿਪੋਜ਼ਿਟ ਕਰਵਾਉਣੀ ਸੀ। ਫੀਸ ਡਿਪੋਜ਼ਿਟ ਕਰਾਉਣ ਦੇ ਵਿੱਚ ਲਾਈਨ ਦੇ ਵਿੱਚ ਲੱਗੀ ਹੋਈ ਸੀ। ਪਤਾ ਨਹੀਂ ਮਨ ਦੇ ਵਿੱਚ ਕੀ ਆਇਆ ਕਿ ਨਹੀਂ ਪੜ੍ਹਨਾ ਹੀ ਨਹੀਂ ਹੈ। ਸ਼ਾਇਦ ਉਹ ਹਾਲਾਤ ਇਦਾਂ ਦੇ ਬਣ ਗਏ, ਸ਼ਾਇਦ ਮੈਂ ਜੇ ਪੜ੍ਹ ਲਿਖ ਜਾਂਦੀ, ਮੇਰੇ ਖਿਆਲ 'ਚ ਜੋ ਅੱਜ ਮੈਂ ਬਣੀ ਆ ਸ਼ਾਇਦ ਉਹ ਨਾ ਬਣ ਪਾਉਂਦੀ। ਬਿਲਕੁਲ ਐਕਚੁਅਲੀ ਉਸ ਟਾਈਮ ਤੇ ਐਸੀ ਕਿਹੜੀ ਫੀਲਿੰਗ ਆਈ ਕਿ ਤੁਹਾਨੂੰ ਲੱਗਾ ਕਿ ਮੈਨੂੰ ਨਹੀਂ ਪੜ੍ਹਨਾ ਚਾਹੀਦਾ? ਕੋਈ ਫਾਈਨੈਂਸ਼ੀਅਲੀ ਕ੍ਰਾਈਸਿਸ ਸੀ ਜਾਂ ਇੱਕਦਮ ਹੀ ਮਾਈਂਡ ਕਨਵਰਟ ਹੋ ਗਿਆ? ਐਕਚੁਅਲੀ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਸੀਗੇ ਔਰ ਦੂਸਰੀ ਪ੍ਰੋਬਲਮ ਇਹ ਸੀ ਕਿ ਪਾਪਾ ਦੀ ਜੌਬ ਕਰਕੇ ਸਾਨੂੰ ਇਹ ਸੀ ਕਿ ਘਰ ਦੇ ਖਰਚ ਬਹੁਤ ਜ਼ਿਆਦਾ ਆ ਤੇ ਉਹ ਇਕੱਲੇ ਕਮਾਉਣ ਵਾਲੇ ਆ।
ਮੈਨੂੰ ਸੀ ਕਿਤੇ ਨਾ ਕਿਤੇ ਕਿ ਅਗਰ ਮੈਂ ਮੇਰੇ ਤੇ ਖਰਚਾ ਕਰਨਗੇ ਜ਼ਿਆਦਾ, ਸ਼ਾਇਦ ਮੇਰੇ ਭਰਾ ਭੈਣ ਜੋ ਛੋਟੇ ਆ ਜੀ। ਸ਼ਾਇਦ ਉਹਨਾਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਨਾ ਹੋ ਨਾ ਹੋ ਪਾਏ। ਪਾਏ। ਤੇ ਸੋਚਿਆ ਕਿ ਨਹੀਂ, ਇੱਥੋਂ ਪਾਪਾ ਦੇ ਕਿਤੇ ਨਾ ਕਿਸੇ ਕੋਈ ਕੰਮ ਕੀਤਾ ਜਾਏ ਕਿ ਪਾਪਾ ਦੀ ਹੈਲਪ ਕੀਤੀ ਜਾਏ ਜੀ, ਜੀ। ਕੰਮ ਕਰਕੇ, ਤਾਂ ਕਿ ਘਰ ਦੇ ਖਰਚੇ ਜਿਹੜੇ ਉਹ ਚੱਲ ਸਕਣ। ਜੀ ਜੀ। ਇਸ ਕਰਕੇ ਕਦਮ ਪਿੱਛੇ ਚੁੱਕਿਆ ਮੈਂ। ਘਰ ਦੇ ਵਿੱਚ ਵੱਡੇ ਤੁਸੀਂ ਸੀ? ਨਹੀਂ, ਮੈਂ ਸੈਕਿੰਡ ਨੰਬਰ ਤੇ। ਅੱਛਾ, ਸੈਕਿੰਡ ਨੰਬਰ ਤੇ ਹੋ। ਤੇ ਬਾਕੀ ਤੁਹਾਡੀਆਂ ਸਿਸਟਰ ਤੇ ਬ੍ਰਦਰ ਹੁਣ ਅੱਜ ਦੀ ਡੇਟ ਦੇ ਵਿੱਚ ਕੀ ਕਰਦੇ ਨੇ? ਆਲਰੇਡੀ ਸਾਰੇ ਸੈਟਲਡ ਹੈ ਔਰ ਸਾਰੇ ਮੈਰਿਡ ਹੈ, ਆਪਣੀ ਲਾਈਫ ਦੇ ਵਿੱਚ ਖੁਸ਼ ਨੇ। ਔਰ 2 ਬ੍ਰਦਰ ਨੇ ਮੇਰੇ, ਇੱਕ ਬ੍ਰਦਰ ਇੱਥੇ ਹੈ, ਇੱਕ ਦੁਬਈ ਗਿਆ ਹੋਇਆ ਹੈ। ਠੀਕ ਹੈ। ਔਰ ਬਾਕੀ ਸਿਸਟਰ ਨੇ ਸਟੱਡੀ ਪ੍ਰੋਪਰ ਕੀਤੀ ਹੋਈ, ਆਪਣੇ ਸਾਰੇ ਡਿਪਲੋਮੇ ਜੋ ਵੀ ਕਰਨਾ ਚਾਹੁੰਦੇ ਸੀ ਉਹਨਾਂ ਨੇ ਕੀਤਾ ਹੋਇਆ। ਜੋ ਵੀ ਉਹਨਾਂ ਦਾ ਉਹਨਾਂ ਦਾ ਜੋ ਰੁਝਾਨ ਸੀ ਉਹਨਾਂ ਨੇ ਜੀ, ਕੀਤਾ। ਉਹਨਾਂ ਨੇ ਕੀਤਾ। ਹਾਂਜੀ। ਫਿਰ ਤੁਸੀਂ ਜਦੋਂ ਕਾਲਜ ਡ੍ਰੌਪ ਆਊਟ ਕਰ ਲਿਆ, ਹਾਂਜੀ। ਪਲੱਸ 2 ਤੋਂ ਬਾਅਦ ਤੁਸੀਂ ਨਹੀਂ ਪੜ੍ਹੇ, ਹਾਂਜੀ। ਫਿਰ ਤੁਸੀਂ ਕਿੱਧਰ ਨੂੰ ਗਏ, ਕੀ ਕੀਤਾ ਫਿਰ? ਹਾਂ, ਮੈਂ ਸੋਚ ਰਹੀ ਸੀ ਕੁਝ ਕੰਮ ਲੱਭਿਆ ਜਾਏ, ਬਹੁਤ ਕੋਸ਼ਿਸ਼ ਕੀਤੀ ਕੋਈ ਇਦਾਂ ਦਾ ਕੰਮ ਮਿਲ ਜਾਏ ਜਿੱਥੇ ਜੌਬ ਮਿਲ ਕੇ ਮੈਂ ਆਪਣੇ ਪਾਪਾ ਦੀ ਹੈਲਪ ਕਰਾ ਸਕਾਂ। ਪਰ ਫਿਰ ਦਿੱਕਤ ਕੀ ਆਈ ਉੱਥੇ, ਫਿਰ ਉਹੀ ਦਿੱਕਤ ਆਈ ਕਿ ਪੜ੍ਹਿਆ ਲਿਖਿਆ ਬੰਦਾ ਚਾਹੀਦਾ। ਜੀ ਜੀ। ਮੇਨ ਇਸ਼ੂ ਬਣ ਗਿਆ ਪੜ੍ਹਾਈ ਦਾ। ਫਿਰ ਪੜ੍ਹਾਈ ਦਾ। ਮੈਂ ਸੋਚਿਆ ਕਿ ਇੱਕ ਉੱਥੋਂ ਸਟੈਪ ਪਿੱਛੇ ਕੀਤਾ, ਫਿਰ ਦਿੱਕਤ ਇਹੀ ਸਾਹਮਣਾ ਕਰਨਾ ਪੈ ਰਿਹਾ ਕਿ ਇਸ ਤੋਂ ਬਗੈਰ ਸ਼ਾਇਦ ਪੜ੍ਹਾਈ ਤੋਂ ਬਗੈਰ ਕੋਈ ਕੰਮ ਹੀ ਨਹੀਂ ਕੰਮ ਵੀ ਨਹੀਂ ਮਿਲਦਾ। ਮਿਲਣਾ। ਜੀ ਜੀ। ਫਿਰ ਰਿਸ਼ਤੇਦਾਰ ਚੋਂ ਸਾਡੇ ਕੋਈ ਘਰ ਆਇਆ ਹੋਇਆ ਸੀ, ਉਹਨਾਂ ਨੇ ਗੱਲ ਕੀਤੀ ਇਸੇ ਤਰ੍ਹਾਂ ਹੀ। ਮੰਮੀ ਨਾਲ ਨੇ ਕਿਹਾ ਕਿ ਇਹ ਤਾਂ ਪੜ੍ਹਨਾ ਨਹੀਂ ਚਾਹੁੰਦੀ, ਵੀ ਜਾਂ ਕੋਈ ਕੰਮ ਵਗੈਰਾ ਹੈ ਤੇ ਇਹਨਾਂ ਨੂੰ ਦੱਸ ਦਿਓ। ਉਹ ਕਹਿੰਦੇ ਕਿ ਇਸ ਤਰ੍ਹਾਂ ਨਰਸਿੰਗ ਹੋਮ ਹੈ ਸਾਡੇ ਕੋਲ ਖੁੱਲਿਆ ਹੁਸ਼ਿਆਰਪੁਰ ਦੇ ਵਿੱਚ, ਉਹ ਨਾ ਨਵੀਆਂ ਲੜਕੀਆਂ ਰੱਖ ਰਹੇ ਨੇ, ਨਵਾਂ ਸਟਾਫ ਰੱਖ ਰਹੇ ਨੇ, ਤੁਸੀਂ ਉਹਨਾਂ ਨੂੰ ਉੱਥੇ ਇੱਕ ਵਾਰ ਗੱਲ ਕਰਕੇ ਦੇਖੋ। ਉਹ ਉਹਨਾਂ ਨੂੰ ਕੰਮ ਵੀ ਸਿਖਾ ਦੇਣਗੇ ਤੇ ਨਾਲ ਨਾਲ ਸੈਲਰੀ ਵੀ ਦੇ ਦੇਣਗੇ। ਜੀ ਜੀ। ਮੇਰੇ ਮਦਰ ਨੇ ਗੱਲ ਕੀਤੀ ਡਾਕਟਰ ਦੇ ਨਾਲ, ਉਹਨਾਂ ਨੇ ਕਿਹਾ ਕਿ ਚਲੋ ਕੋਈ ਨਹੀਂ, ਤੁਸੀਂ ਭੇਜ ਦਿਓ ਲੜਕੀ ਨੂੰ। ਜੀ। ਸਟਾਰਟਅਪ ਕੀਤਾ। ਨਵੰਬਰ ਦੇ ਵਿੱਚ ਮੈਂ ਉੱਥੇ ਜੁਆਇਨ ਕੀਤਾ ਸੀਗਾ। ਅੱਜ ਵੀ ਦਿਨ ਹੋ ਜ਼ਿਆਦਾ, ਮੈਂ 23 ਨਵੰਬਰ ਤੋਂ ਇੱਕ ਦਿਨ ਪਹਿਲਾਂ ਮੈਂ ਉੱਥੇ ਜੁਆਇਨ ਕੀਤਾ ਸੀ। ਜੁਆਇਨ ਕਰਨ ਤੋਂ ਬਾਅਦ ਸਟਾਫ ਨਵਾਂ ਸੀ, ਕਿਸੇ ਨਾਲ ਮੇਰੀ ਬਣੀ ਨਹੀਂ ਇੰਨੀ ਜਲਦੀ। ਹੌਲੀ ਹੌਲੀ ਕਰਕੇ ਮਿਕਸਅਪ ਹੋਈ। 6 ਮਹੀਨੇ ਦੇ ਅੰਦਰ ਅੰਦਰ, ਮਤਲਬ ਕਿ ਇੰਨੀ ਜਲਦੀ ਕੰਮ ਸੀਗਾ ਕਿਉਂਕਿ ਦਿਮਾਗ ਸੀਗਾ ਸਿੱਖਣ ਵਾਲਾ। ਜੀ ਜੀ। ਉਸ ਟਾਈਮ ਜਦੋਂ ਬੰਦਾ ਸੋਚਦਾ ਕਿ ਮੈਂ ਕਰਨਾ ਹੀ ਆ, ਹੈਲਪ ਕਰਨੀ ਆ, ਤੇ ਇੱਕ ਟਾਰਗੇਟ ਬਣ ਗਿਆ ਮੇਰੇ ਲਈ ਉਹ। ਫਿਰ ਸੋਚਿਆ ਕਿ ਮੈਂ ਕੰਮ ਕਰਨਾ ਹੀ ਕਰਨਾ, ਤੇ ਕਰਨਾ ਹੀ ਹੈ, ਲਾਈਨ ਚੁਣ ਲਈ ਉਹ। ਜੀ, ਮੈਡੀਕਲ ਲਾਈਨ ਚੁਣ ਲਈ। ਜੀ। ਜਦੋਂ ਸਿੱਖਣਾ ਸ਼ੁਰੂ ਕੀਤਾ 6 ਮਹੀਨੇ ਦੇ ਅੰਦਰ ਅੰਦਰ ਇੱਕ ਨਿਊ ਪਰਸਨ, ਅਨਟ੍ਰੇਨਡ ਬੰਦਾ ਜਿਹਦੇ ਕੋਲ ਕੋਈ ਡਿਗਰੀ ਨਹੀਂ ਹੈ, ਜੀ। ਔਰ ਟ੍ਰੇਨ ਹੋ ਕੇ ਸਰਜੀਕਲ ਦੇ ਉੱਤੇ ਖੜਾ ਹੋ ਜਾਏ, ਜੀ ਜੀ। ਆਪਰੇਸ਼ਨ ਥੀਏਟਰ ਦੇ ਵਿੱਚ ਹੈਲਪ ਕਰਨ ਲਈ, ਤੇ ਬਾਕੀ ਲੋਕ ਹੈਰਾਨ ਹੋ ਗਏ ਕਿ ਅਸੀਂ ਸਾਲ ਹੋ ਗਿਆ ਅਸੀਂ ਸਿੱਖ ਨਹੀਂ ਪਾਏ, ਔਰ ਇਹ 6 ਮਹੀਨੇ ਦੇ ਅੰਦਰ ਕਿਸ ਤਰ੍ਹਾਂ, ਜੀ, ਮਤਲਬ ਜੀ, ਕਿ ਜੀ। ਡਾਕਟਰ ਵੀ ਹੈਰਾਨ ਸੀ ਸਾਰੇ। ਮਤਲਬ ਜਿਹੜੀ ਸਿੱਖਣ ਦੀ ਭੁੱਖ ਸੀ ਤੁਹਾਡੇ ਚ ਹਾਂ, ਸ਼ੁਰੂ ਤੋਂ ਹੀ? ਸ਼ੁਰੂ ਤੋਂ ਹੀ ਹੈ। ਮੈਂ ਸਿੱਖਣਾ ਤੇ ਹਾਂਜੀ। ਮੈਂ ਆਪਣੇ ਆਪ ਨੂੰ ਵਧੀਆ ਸਾਬਿਤ ਹਾਂਜੀ। ਕਰਨਾ। ਤੇ ਜਿਵੇਂ ਕਿ ਤੁਸੀਂ ਦੇਖਿਆ ਕਿ ਸਟੱਡੀ ਇਹਨਾਂ ਦੀ ਬਹੁਤ ਘੱਟ ਹੈ, ਪਰ ਸਿੱਖਣ ਦਾ ਜਨੂਨ ਬੜਾ ਇਹਨਾਂ ਦਾ ਬਹੁਤ ਹੀ ਹਾਈ ਲੈਵਲ ਦਾ ਸੀਗਾ, ਜਿਸ ਕਰਕੇ ਜਿਸ ਕੰਮ ਨੂੰ ਡਿਗਰੀ ਵਾਲੇ 1 ਸਾਲ 'ਚ ਨਹੀਂ ਸਿੱਖ ਸਕੇ, 6 ਮਹੀਨਿਆਂ ਦੇ ਵਿੱਚ ਇਹਨਾਂ ਨੇ ਉਹਨੂੰ ਸਿੱਖ ਲਿਆ। ਉਸ ਤੋਂ ਬਾਅਦ ਤੁਸੀਂ ਫਿਰ ਹੋਰ ਕਿੱਥੇ ਜੁਆਇਨ ਕੀਤਾ? ਮੈਂ ਨਰਸਿੰਗ ਹੋਮ ਤੋਂ ਬਾਅਦ ਮੈਂ ਉੱਥੇ 3 ਸਾਲ ਕੰਮ ਕੀਤਾ। 3 ਸਾਲ ਹੁਸ਼ਿਆਰਪੁਰ ਤੱਕ ਜਦੋਂ ਮੈਂ ਟੋਟਲੀ ਸਿੱਖ ਚੁੱਕੀ ਸੀ ਕੰਮ। ਹੁਸ਼ਿਆਰਪੁਰ ਦੇ ਹਾਂਜੀ, ਵਿੱਚ? ਹੁਸ਼ਿਆਰਪੁਰ ਦੇ ਵਿੱਚ ਸੀ। ਉਸ ਤੋਂ ਬਾਅਦ ਇੱਕ ਹਸਪੀਟਲ ਪੈਂਦਾ ਸੀ ਲਾਜੋਵਾਲ ਦੇ ਵਿੱਚ। ਜੀ। ਮੇਰੇ ਮਦਰ ਕਹਿੰਦੇ ਕਿ ਚਲੋ ਨਜ਼ਦੀਕ ਪੈਂਦਾ ਹਸਪੀਟਲ ਤੋਂ, ਕਿਉਂਕਿ ਜਦੋਂ ਹੁਸ਼ਿਆਰਪੁਰ ਦੇ ਵਿੱਚ ਮੈਨੂੰ ਰਹਿਣਾ ਪੈਂਦਾ ਸੀ ਉੱਥੇ, ਜੀ। ਡੇ ਨਾਈਟ ਉੱਥੇ ਰਹਿਣਾ ਪੈਂਦਾ ਸੀ। ਘਰ ਸਿਰਫ ਮਹੀਨੇ ਬਾਅਦ ਹੀ ਆਉਂਦੇ ਜਾਂਦੇ ਸੀ, ਤੇ ਉਹ ਘਰ ਦੇ ਨਜ਼ਦੀਕ ਹੋਣ ਕਰਕੇ ਮੈਂ ਉੱਥੋਂ ਸ਼ਿਫਟ ਕਰ ਲਿਆ ਲਾਜੋਵਾਲ। ਜੀ। ਉੱਥੇ ਕੰਮ ਕੀਤਾ। ਉਸ ਤੋਂ ਬਾਅਦ ਉਹੀ ਹਸਪੀਟਲ ਡਾਕਟਰ ਨੇ ਹੁਸ਼ਿਆਰਪੁਰ ਦੇ ਵਿੱਚ ਸ਼ਿਫਟ ਕਰ ਲਿਆ। ਫਿਰ ਅਸੀਂ ਹੁਸ਼ਿਆਰਪੁਰ ਚਲੇ ਗਏ। ਓਕੇ। ਮਤਲਬ ਕਾਫੀ ਜ਼ਿਆਦਾ ਜੁੜੀਆਂ ਮੇਰੀਆਂ ਖੱਟੀਆਂ ਮਿੱਠੀਆਂ ਦੇ ਨਾਲ ਹੀ। ਜੋ ਵੀ ਮਤਲਬ ਤੁਸੀਂ ਉਥੋਂ ਪਿੱਛਾ ਛੁਡਾ ਕੇ ਹੋ ਕੇ ਤੇ ਆਏ, ਉਹ ਫਿਰ ਉੱਥੇ ਹੁਸ਼ਿਆਰਪੁਰ ਚਲੇ ਗਏ। ਇਹ ਚਲਾ ਗਿਆ। ਹਾਂਜੀ। ਤਾਂ ਬਹੁਤ ਵਧੀਆ ਜੀ। ਕਿ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਆਪਣੀ ਪਰਸਨਲ ਲਾਈਫ ਦੇ ਵਿੱਚ ਜਾਂ ਆਪਣੀ ਮੈਡੀਕਲ ਲਾਈਫ ਦੇ ਵਿੱਚ ਕੀ ਕੀਤਾ? ਸਟੱਡੀ ਤਾਂ ਮੈਂ ਛੱਡ ਚੁੱਕੀ ਸੀ ਬਿਲਕੁਲ ਹੀ। ਫਿਰ ਮੈਂ ਘਰਦਿਆਂ ਦੀ ਹੈਲਪ ਕਰਾ ਰਹੀ ਸੀ, ਜੋ ਵੀ ਪੇਮੈਂਟ ਸੈਲਰੀ ਆਉਂਦੀ ਸੀ। ਜਿਸ ਤਰ੍ਹਾਂ ਮੈਂ ਜੌਬ ਕਰਦੀ ਸੀ, ਮੈਂ ਨਾਈਟ ਡਿਊਟੀ ਸਟਾਰਟਿੰਗ ਤੇ ਰੱਖੀ ਉੱਥੇ। ਨਾਈਟ ਡਿਊਟੀ ਕਰਕੇ ਫਿਰ ਦਿਨ ਦੀ ਡਿਊਟੀ ਵੀ ਨਾਲ ਰੱਖੀ। ਦਿਨ 1 ਵਜੇ ਤੱਕ ਮੈਂ ਡਿਊਟੀ ਕਰਦੀ ਸੀ। ਉਸ ਤੋਂ ਬਾਅਦ 16 ਘੰਟੇ ਡਿਊਟੀ ਕਰਨ ਤੋਂ ਬਾਅਦ ਘਰ ਆਉਣਾ, ਘਰ ਆ ਕੇ ਖਾਣਾ, ਫਰੈਸ਼ ਹੋਣਾ। ਥੋੜਾ ਬਹੁਤਾ ਅਗਰ ਘਰਦਿਆਂ ਦੀ ਹੈਲਪ ਘਰ ਦੇ ਵਿੱਚ ਕਰ ਪਾਉਂਦੀ ਤਾਂ ਉਹ ਮੈਂ ਜ਼ਰੂਰ ਕਰਦੀ ਸੀ। ਤੇ ਪਾਪਾ, ਮੈਨੂੰ ਇਹ ਖੁਸ਼ੀ ਹੋ ਰਹੀ ਸੀ ਕਿ ਮੈਂ ਆਪਣੇ ਪਾਪਾ ਦੀ ਹੈਲਪ ਕਰਾ ਰਹੀ ਹਾਂ। ਮਤਲਬ 16 ਘੰਟੇ ਕੰਮ ਕਰਨ ਤੋਂ ਬਾਅਦ ਵੀ ਤੁਸੀਂ ਆਪਣੇ ਘਰ ਦਾ ਕੰਮ ਕੁਛ ਨਾ ਕੁਛ ਕਰਦੇ ਰਹਿੰਦੇ ਸੀ। ਹਾਂਜੀ, ਤੇ ਅਗਰ ਚਾਹੇ ਉਹ ਖੇਤਾਂ ਦਾ ਹੋ ਗਏ, ਕਿਉਂਕਿ ਮੈਂ ਸ਼ੁਰੂ ਤੋਂ ਆਪਣੇ ਪਾਪਾ ਉਹਨਾਂ ਨੂੰ ਇਹ ਦੇਖਿਆ ਕਿ ਮੇਰੇ ਪਾਪਾ ਹੁਣੀ ਸਾਨੂੰ ਛੋਟੇ ਹੁੰਦਿਆਂ ਨੂੰ ਜਦੋਂ ਘਰ 'ਚ ਛੱਡ ਕੇ ਪਾਣੀ ਲਾਉਣ ਜਾਂਦੇ ਸੀ, ਅੱਧੀ ਰਾਤ ਨੂੰ ਖੇਤਾਂ ਦੇ ਵਿੱਚ ਪਾਣੀ ਲਾਉਣ ਚੱਲਦੇ ਨੇ। ਮਦਰ ਮੇਰੀ ਖੁਦ ਹੈਲਪ ਕਰਾਉਣ ਜਾਂਦੇ ਹੁੰਦੇ ਸੀ ਉਹਨਾਂ ਦੀ। ਜੀ। ਤੇ ਅਸੀਂ ਸ਼ੁਰੂ ਤੋਂ ਹੀ ਉਹ ਜਰਨੀ ਉਹਨਾਂ ਦੀ ਦੇਖਦੇ ਆ ਰਹੇ ਹਾਂ। ਮਤਲਬ ਉਹ ਮਦਰ ਤੁਹਾਡੀ ਇਨਸਪੀਰੇਸ਼ਨ ਸੀ ਹਾਂਜੀ। ਕਿ ਜੋ ਕਰ ਸਕਦੇ ਤੇ ਮੈਂ ਵੀ। ਹਾਂਜੀ। ਸੋ ਉਸ ਤੋਂ ਬਾਅਦ ਫਿਰ ਤੁਸੀਂ ਜਲੰਧਰ ਕਦੋਂ ਸ਼ਿਫਟ ਹੋਏ?
ਜਲੰਧਰ ਮੈਂ ਮੈਰਿਜ ਤੋਂ ਬਾਅਦ ਸ਼ਿਫਟ ਹੋਈ ਹਾਂ ਜੀ। ਸੋ ਮੈਰਿਜ ਤੁਹਾਡੀ ਕਿਹੜੇ ਈਅਰ ਦੇ ਵਿੱਚ ਹੋਈ? ਮੇਰੀ 2008 ਦੇ ਵਿੱਚ ਸੈਪਟੈਂਬਰ 11 ਸੈਪਟੈਂਬਰ 2008 ਵਿੱਚ। ਮਤਲਬ ਤੁਸੀਂ ਜੌਬ ਦੇ ਵਿੱਚ ਹੀ ਸੀਗੇ? ਹਾਂਜੀ, ਉਸ ਟਾਈਮ ਮੈਂ ਜੌਬ ਦੇ ਵਿੱਚ ਸੀ ਜਦੋਂ ਲਾਚੋਵਾਲ ਐਕਚੁਅਲੀ ਮੈਂ ਜੁਆਇਨ ਕੀਤਾ ਸੀ ਤੇ ਉੱਥੇ ਹੀ ਮੇਰੀ ਮੁਲਾਕਾਤ ਅਸ਼ੋਕ ਦੇ ਨਾਲ ਹੋਈ ਸੀ, ਭਾਰਤ ਭੂਸ਼ਣ ਦੇ ਨਾਲ। ਜੀ। ਕਾਫੀ ਮਤਲਬ ਕਿ ਉਹ ਵੀ ਹਾਰਡ ਵਰਕਰ ਹੈ ਜੀ ਜੀ। ਔਰ ਡਾਕਟਰ ਦੇ ਨਾਲ ਕੰਮ ਕਰਵਾਉਂਦੇ ਸੀ, ਅਸਿਸਟ ਕਰਾਉਂਦੇ ਸੀ ਤੇ ਉਹਨਾਂ ਨੇ ਮੈਨੂੰ ਕਾਫੀ ਹੈਲਪ ਕੀਤੀ ਕੰਮ ਸਿਖਾਉਣ ਵਿੱਚ ਵੀ। ਜੀ। ਕਿਉਂਕਿ ਮੈਂ ਸਰਜਰੀ ਤਾਂ ਕਰਵਾ ਲੈਂਦੀ ਸੀ, ਕਿਤੇ ਨਾ ਕਿਤੇ ਨਾਰਮਲ ਡਿਲੀਵਰੀ ਜਾਂ ਕੁਝ ਹੋਰ ਕਰਨਾ ਹੁੰਦਾ ਸੀ, ਸਟਿਚਿੰਗ ਵਗੈਰਾ ਨਾਰਮਲ ਕੱਟ ਵਗੈਰਾ ਅਗਰ ਆ ਜਾਂਦਾ ਸੀ ਸਰਜਰੀ ਦਾ ਤੇ ਉਹਦੇ ਵਿੱਚ ਮੈਂ ਕਿਤੇ ਨਾ ਕਿਤੇ ਹਿਚਕਚਾਉਂਦੀ ਸੀਗੀ ਤੇ ਉਹ ਮੈਨੂੰ ਸਾਰਾ ਕੰਮ ਮੇਰੇ ਹਸਬੰਡ ਨੇ ਹੀ ਸਿਖਾਇਆ। ਤੇ ਸਟਾਰਟਿੰਗ ਤੋਂ ਸਾਡੀ ਫਰੈਂਡਸ਼ਿਪ ਹੋ ਗਈ ਸੀ, 5 ਸਾਲ ਤੱਕ ਅਸੀਂ ਦੋਸਤ ਰਹੇ ਅੱਛੇ। ਫਿਰ ਸੋਚਿਆ ਕਿਤੇ ਨਾ ਕਿਤੇ ਚਲੋ ਸਾਨੂੰ ਮੈਰਿਜ ਕਰਾ ਲੈਣੀ ਚਾਹੀਦੀ ਆ ਤੇ ਫਿਰ ਸਨ 2008 ਦੇ ਵਿੱਚ ਅਸੀਂ 11 ਸਤੰਬਰ ਨੂੰ ਮੈਰਿਜ ਕੀਤੀ। ਮੈਰਿਜ ਕਰਾਉਣ ਤੋਂ ਬਾਅਦ 1 ਮਹੀਨਾ ਮੈਂ ਸਸੁਰਾਲ ਰਹੀ ਹਾਂ। ਫਿਰ ਮੈਂ ਸੋਚਿਆ ਕਿ ਨਹੀਂ, ਮੰਮੀ ਕਹਿੰਦੇ ਕਿ ਮੇਰੇ ਸਸੁਰਾਲ ਵਾਲੇ ਇੰਨੇ ਅੱਛੇ ਸੀਗੇ, ਉਹਨਾਂ ਨੇ ਵੀ ਮੈਨੂੰ ਨਹੀਂ ਰੋਕਿਆ ਕਿ ਚਲੋ ਦੋਨੋਂ ਕਮਾਉਂਦੇ ਆ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਕਰ ਸਕਦੇ ਆ। ਉਹਨਾਂ ਨੇ ਮੈਨੂੰ ਪਰਮਿਸ਼ਨ ਦੇ ਦਿੱਤੀ। 1 ਮਹੀਨੇ ਤੋਂ ਬਾਅਦ ਮੈਂ ਜਲੰਧਰ ਸ਼ਿਫਟ ਕੀਤਾ ਆਪਣੇ ਹਸਬੰਡ ਦੇ ਨਾਲ ਤੇ ਅਸੀਂ ਇਕੱਠੇ ਜੌਬ ਕਰਨ ਲੱਗੇ ਇੱਕ ਹਸਪੀਟਲ ਦੇ ਵਿੱਚ। ਮਤਲਬ ਇਹ ਬਹੁਤ ਵਧੀਆ ਪੁਆਇੰਟ ਸੀ ਕਿ ਤੁਸੀਂ ਦੋਵੇਂ ਇੱਕੋ ਪ੍ਰੋਫੈਸ਼ਨ ਦੇ ਸੀਗੇ ਤੇ ਬਹੁਤ ਹੀ ਅੱਛਾ ਤੁਹਾਡਾ ਕੋਆਰਡੀਨੇਟ ਹੋ ਗਿਆ ਜਿਹਦੇ ਨਾਲ ਤੁਸੀਂ ਫਿਰ ਜਲੰਧਰ ਦੇ ਵਿੱਚ ਕਿੱਥੇ ਕਿਹੜੇ ਹਸਪੀਟਲ ਜਾਂ ਕਿਹੜੇ ਇੰਸਟੀਚਿਊਟ ਦੇ ਨਾਲ ਤੁਸੀਂ ਕੰਮ ਕੀਤਾ? ਜਲੰਧਰ ਦੇ ਵਿੱਚ ਮੈਂ ਪਸਰੀਚਾ ਹਸਪੀਟਲ, ਪਲਾਸਟਿਕ ਸਰਜਨ ਹਸਪੀਟਲ ਹੈ, ਗਾਇਨੀ ਦਾ ਹਸਪੀਟਲ ਹੈ। ਡਾਕਟਰ ਸੀਮਾ ਪਸਰੀਚਾ ਔਰ ਡਾਕਟਰ ਪੁਨੀਤ ਪਸਰੀਚਾ ਨਾਲ ਮੈਂ ਕੰਮ ਕੀਤਾ। 12 ਸਾਲ ਮੈਂ ਉਹਨਾਂ ਦੇ ਨਾਲ ਉੱਥੇ ਕੰਮ ਕੀਤਾ ਜਲੰਧਰ ਦੇ ਵਿੱਚ। ਹਾਂਜੀ। ਤੇ ਹਸਬੰਡ ਤੁਹਾਡੇ ਕੀ ਕਰਦੇ ਸੀ? ਹਸਬੰਡ ਮੇਰੇ ਓਟੀ ਟੈਕਨੀਸ਼ੀਅਨ ਸੀ। ਐਕਚੁਅਲੀ ਮੈਂ ਵੀ ਓਟੀ ਟੈਕਨੀਸ਼ੀਅਨ ਹੀ ਸੀ। ਕਹਿੰਦੇ ਸੀ ਹਸਬੰਡ ਤੇ ਵਾਈਫ ਨੂੰ ਦੋਨਾਂ ਨੂੰ ਅਸੀਂ ਇੱਕ ਪੋਸਟ ਤੇ ਨਹੀਂ ਰੱਖ ਸਕਦੇ ਕਿਉਂਕਿ ਅਗਰ ਛੁੱਟੀ ਕਰਨੀ ਤੇ ਦੋਨੋਂ ਹੀ ਛੁੱਟੀ ਕਰਕੇ ਚਲੇ ਜਾਣਗੇ ਤੇ ਸਾਡਾ ਦਿੱਕਤ ਹੋਣੀ ਆ। ਇਸ ਲਈ ਉਹਨਾਂ ਨੇ ਮੈਨੂੰ ਵਾਰਡ 'ਚ ਸ਼ਿਫਟ ਕਰਤਾ ਤੇ ਮੈਂ ਵਾਰਡ ਦੀ ਹੀ ਡਿਊਟੀ ਕਰਦੀ ਸੀ ਔਰ ਹਸਬੰਡ ਮੇਰੇ ਉਸ ਤੋਂ ਪਹਿਲਾਂ ਹੀ ਉੱਥੇ ਕੰਮ ਕਰਦੇ ਸੀ, ਮੈਰਿਜ ਤੋਂ ਪਹਿਲੇ ਹੀ। ਮੈਰਿਜ ਤੋਂ ਪਹਿਲਾਂ। ਹਾਂਜੀ। ਸੋ ਕਿੰਨਾ ਕੁ ਮੁਸ਼ਕਿਲ ਸੀਗਾ ਕਿ ਘਰ ਵੀ ਚਲਾਉਣਾ ਤੇ ਜੌਬ ਵੀ ਕਰਨੀ? ਸੋ ਹਸਬੰਡ ਦਾ ਤੁਹਾਨੂੰ ਕੀ ਸਪੋਰਟ ਸੀਗਾ ਉਹਦੇ ਵਿੱਚ? ਮੁਸ਼ਕਿਲ ਤਾਂ ਬਹੁਤ ਜ਼ਿਆਦਾ ਸੀ। ਹਸਬੰਡ ਨੇ ਮੇਰੇ ਪ੍ਰੋਪਰ ਸਪੋਰਟ ਕੀਤੀ ਹੈ ਕਿਉਂਕਿ ਬੇਬੀ ਹੋਣ ਤੋਂ ਬਾਅਦ ਹਸਬੰਡ ਨੇ ਇੰਨੀ ਕਿ ਜ਼ਿਆਦਾ ਸਪੋਰਟ ਕੀਤੀ। ਮੇਬੀ ਸ਼ਾਇਦ ਅੱਜ ਕੱਲ੍ਹ ਅਗਰ ਦੇਖਿਆ ਜਾਏ ਤਾਂ ਕੋਈ ਹਸਬੰਡ ਹੋਏਗਾ ਅਗਰ ਸਪੋਰਟ ਕਰਦਾ ਹੋਏਗਾ ਤਾਂ ਬਹੁਤ ਘੱਟ ਰੀਅਲ ਹੈ ਲੋਕ ਜੋ ਕਰਦੇ ਆ ਸਪੋਰਟ, ਪਰ ਮੇਰੇ ਹਸਬੰਡ ਨੇ ਮੇਰੀ ਬਹੁਤ ਸਪੋਰਟ ਕੀਤੀ ਕਿਉਂਕਿ ਅਗਰ ਮੇਰੀ ਨਾਈਟ ਡਿਊਟੀ ਸੀ, ਦਿਨ ਨੂੰ ਬੱਚਿਆਂ ਨੂੰ ਉਹਨਾਂ ਨੇ ਸੰਭਾਲਣਾ ਔਰ ਦਿਨ ਨੂੰ ਮੈਂ ਸੰਭਾਲਣਾ, ਰਾਤ ਨੂੰ ਉਹਨਾਂ ਨੇ ਸੰਭਾਲਣਾ। ਮਤਲਬ ਕਿ ਡੇ ਨਾਈਟ ਅਗਰ ਦੇਖਿਆ ਜਾਏ ਫੋਰਨ 'ਚ ਸਿਸਟਮ ਸੀਗਾ ਕਿ ਦਿਨ ਰਾਤ ਦੀ ਡਿਊਟੀ ਦਾ, ਸੇਮ ਸਾਡਾ ਇਸੇ ਤਰ੍ਹਾਂ ਸੀ। ਕਈ ਵਾਰ ਅਸੀਂ ਇਕੱਠੇ ਬੈਠ ਕੇ ਗੱਲਬਾਤ ਕਰਨ ਦੀ ਅਗਰ ਚਾਹੁੰਦੇ ਸੀ ਤਾਂ ਉਹ ਵੀ ਨਹੀਂ ਕਰ ਪਾਉਂਦੇ ਸੀ। ਫੋਨ ਤੇ ਹੀ ਅਸੀਂ ਇੱਕ ਦੂਸਰੇ ਨਾਲ ਸਲਾਹ ਕਰਦੇ ਹੁੰਦੇ ਸੀਗੇ। ਇਸ ਤਰ੍ਹਾਂ ਦਾ ਸਿਚੁਏਸ਼ਨ ਸੀ। ਜੀ। ਫਿਰ ਤੁਹਾਡੀ ਲਾਈਫ ਦੇ ਵਿੱਚ ਐਸਾ ਕਿਹੜਾ ਚੇਂਜਸ ਆਇਆ ਕਿ ਤੁਸੀਂ ਜੌਬ ਤੋਂ ਬਿਜ਼ਨਸ ਵੂਮਨ ਅੱਜ, ਜੇ ਮੈਂ ਕਹਾਂ ਤੇ ਗਲਤ ਨਹੀਂ ਹੋਏਗਾ, ਕਿ ਬਿਜ਼ਨਸ ਵੂਮਨ ਤੁਸੀਂ ਫਿਰ ਕਿਵੇਂ, ਉਹ ਕੀ ਤੁਹਾਡੀ ਟਰਨਿੰਗ ਪੁਆਇੰਟ ਸੀ? ਕੁਝ ਸਰਕਮਸਟੈਂਸਸ ਕੁਝ ਇਸ ਤਰ੍ਹਾਂ ਦੇ ਹੋ ਗਏ ਕਿ ਹਾਲਾਤ ਇਸ ਤਰ੍ਹਾਂ ਕਹਿ ਲਓ ਕਿ ਮਿਡਲ ਕਲਾਸ ਫੈਮਿਲੀ ਵਿੱਚ ਕੁਝ ਨਾ ਕੁਝ ਇਦਾਂ ਦਾ ਧੱਕਾ ਹੋ ਜਾਂਦਾ ਕਿ ਸਾਡੇ ਫੈਮਿਲੀ ਫਰੈਂਡ ਸਰਕਲ ਦੇ ਵਿੱਚ ਹੋਈ ਕਿਸੇ ਨੇ ਪੇਮੈਂਟ ਵਗੈਰਾ ਸਾਡੇ ਤੋਂ ਲੈ ਕੇ ਇੱਕ ਕਰਜ਼ਾ ਸਾਡੇ ਸਿਰ ਚੜਾ ਦਿੱਤਾ, ਜਿਹਦੇ ਕਰਕੇ ਅਸੀਂ ਦੋਨੋਂ ਹਸਬੰਡ ਵਾਈਫ ਨੂੰ ਇੰਨਾ ਧੱਕਾ ਲੱਗਿਆ ਕਿਉਂਕਿ ਅਸੀਂ ਇੱਕ ਮਿਹਨਤ ਕਰ ਰਹੇ ਸੀਗੇ। ਅਸੀਂ ਜਦੋਂ ਮੈਰਿਜ ਹੋਈ ਸੀ ਘਰੋਂ ਸਿਰਫ ਇੱਕ ਟੈਚੀ ਲੈ ਕੇ ਆਏ ਸੀ ਕੱਪੜੇ ਵਾਸਤੇ। ਅੱਜ ਇੱਥੇ ਜਲੰਧਰ ਦੇ ਵਿੱਚ ਆਪਣਾ ਪੂਰਾ ਘਰ ਦਾ ਸਮਾਨ A to Z ਜੋ ਵੀ ਘਰ ਦੀ ਜ਼ਰੂਰਤ ਹੁੰਦੀ ਹੈ ਅਸੀਂ ਆਪਣੀ ਮਿਹਨਤ ਕਰਕੇ ਬਣਾਇਆ। ਫਿਰ ਜਦੋਂ ਸਾਨੂੰ ਇਦਾਂ ਦਾ ਇੱਕ ਧੱਕਾ ਲੱਗਾ, ਬੱਚਾ ਛੋਟਾ ਸੀ ਸਾਡਾ, ਉਤੋਂ ਬੱਚਾ ਬਿਮਾਰ ਸੀ, ਉਤੋਂ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸਾਡੇ ਲਈ। ਤੇ ਫਿਰ ਕਹਿੰਦੇ ਨੇ ਕਿ ਅਗਰ ਬੰਦਾ ਸੱਚਾ ਹੋਵੇ ਪਰਮਾਤਮਾ ਉਹਦੀ ਹੈਲਪ ਕਰਦਾ ਹੈ। ਤੇ ਉਸ ਟਾਈਮ ਪਰਮਾਤਮਾ ਦੇ ਰੂਪ 'ਚ ਮੇਰੀ ਫਰੈਂਡ ਨੇ ਮੈਨੂੰ ਇੱਕ ਪ੍ਰਪੋਜ਼ਲ ਦਿੱਤਾ ਬਿਜ਼ਨਸ ਦਾ। ਉਹਨੇ ਸਮਝਦਾ ਨਹੀਂ ਸੀ ਬਿਜ਼ਨਸ ਬਾਰੇ, ਪਰ ਫਿਰ ਵੀ ਸੋਚਿਆ ਕਿ ਚਲੋ ਇੱਕ ਵਾਰ ਕਿਉਂ ਨਾ ਦੇਖ ਲੈਣਾ ਚਾਹੀਦਾ। ਮੈਂ ਸਟੱਡੀ ਕੀਤਾ, ਸਰਚ ਕੀਤਾ ਉਸ ਚੀਜ਼ ਬਾਰੇ। ਉਸ ਤੋਂ ਬਾਅਦ ਮੈਂ ਇਹਨੂੰ ਕਰਨਾ ਸਟਾਰਟ ਕੀਤਾ। ਫਿਰ ਮੈਂ ਪਹਿਲੇ ਤੇ ਖੁਦ ਤੇ ਰਿਜ਼ਲਟ ਲੈ ਉਹਦੇ, ਕਿਉਂਕਿ ਮੈਨੂੰ ਕੁਝ ਫੈਮਿਲੀ ਕਰਕੇ ਇੱਕ ਜਿਸ ਤਰ੍ਹਾਂ ਜੌਬ ਕਰ ਰਹੀ ਸੀ, ਹਾਰਡ ਵਰਕ ਸੀਗਾ, ਰੈਸਟ ਨਾ ਹੋਣ ਕਰਕੇ ਕਾਫੀ ਜਿਹੜੇ ਇਸ਼ੂ, ਹੈਲਥ ਇਸ਼ੂਜ਼ ਆ ਚੁੱਕੇ ਸੀ। PCOD ਦੀ ਪ੍ਰੋਬਲਮ ਸੀ, ਲਿਕੋਰੀਏ ਦੀ, ਥਾਇਰਾਇਡ ਦੀ ਪ੍ਰੋਬਲਮ ਜਿਹੜੀ ਮੈਨੂੰ ਜ਼ਿਆਦਾ ਹੋ ਗਈ ਸੀ, ਜਿਹਦੇ ਕਰਕੇ ਮੇਰਾ weight ਵੀ ਵਧਣ ਲੱਗ ਗਿਆ ਸੀਗਾ। ਮੈਂ ਕੁਝ ਉਹਨਾਂ ਦੇ ਪ੍ਰੋਡਕਟਸ ਵਗੈਰਾ ਯੂਜ਼ ਕੀਤੇ ਔਰ ਰਿਜ਼ਲਟ ਇੰਨੇ ਕੁ ਅੱਛੇ ਮੈਨੂੰ ਮਿਲੇ। ਫਿਰ ਮੈਂ ਸੋਚਿਆ ਕਿ 100 ਦੇ ਵਿੱਚੋਂ 90% ਲੇਡੀਜ਼ ਨੂੰ ਇਹ ਦਿੱਕਤ ਤਾਂ ਆਮ ਘਰਾਂ ਦੇ ਵਿੱਚ ਹੈ ਕਿ ਲਿਕੋਰੀਏ ਦੀ ਪ੍ਰੋਬਲਮ, ਜਿਹਦੇ ਕਰਕੇ ਲੇਡੀਜ਼ ਬਹੁਤ ਪਰੇਸ਼ਾਨ ਹੈ। ਥਾਇਰਾਇਡ ਦੀ ਪ੍ਰੋਬਲਮ ਅੱਜ ਕੱਲ੍ਹ ਆਮ ਹੋ ਚੁੱਕੀ ਹੈ ਲੇਡੀਜ਼ ਦੇ। PCOD ਦੀ ਪ੍ਰੋਬਲਮ ਆ, ਜਿਹਦੇ ਕਰਕੇ ਕਈ ਲੇਡੀਜ਼ ਆਪਣੀ ਪ੍ਰੋਬਲਮ ਕਿਸੇ ਨਾਲ ਸ਼ੇਅਰ ਨਹੀਂ ਕਰ ਪਾਉਂਦੀਆਂ, ਖਾਸ ਕਰਕੇ ਡਾਕਟਰ ਨਾਲ ਨਹੀਂ ਸ਼ੇਅਰ ਕਰ ਪਾਉਂਦੀਆਂ, ਹਸਬੈਂਡ ਨਾਲ ਨਹੀਂ ਸ਼ੇਅਰ ਕਰ ਪਾਉਂਦੀਆਂ।
ਉਹ ਸ਼ੁਰੂ ਤੋਂ ਹੀ ਇਸ ਚੀਜ਼ ਨਾਲ ਬਿਮਾਰੀ ਨਾਲ ਜੂਝਦੀਆਂ ਰਹਿੰਦੀਆਂ, ਉਹੀ ਛੋਟੀ ਛੋਟੀ ਕਰਕੇ ਬਿਮਾਰੀ ਉਹ ਵੱਡੀ ਬਿਮਾਰੀ ਬਣ ਜਾਂਦੀ ਆ। ਤੇ ਮੈਂ ਸੋਚਿਆ ਅਗਰ ਮੈਨੂੰ ਰਿਜ਼ਲਟ ਮਿਲ ਸਕਦਾ ਤੇ ਕਿਉਂ ਨਾ ਮੈਂ ਉਹਨਾਂ ਲੇਡੀਜ਼ ਨੂੰ ਵੀ ਇਹਦੇ ਬਾਰੇ ਜਾਣਕਾਰੀ ਦਿਆਂ, ਦੱਸਾਂ। ਜੀ ਬਿਲਕੁਲ। ਇਸ ਕਰਕੇ ਬਸ ਆਪਾਂ ਬਿਜ਼ਨਸ ਵੱਲ ਸ਼ੁਰੂ ਕਰ ਲਿਆ। ਸੋ ਤੁਹਾਨੂੰ ਰਿਜ਼ਲਟ ਆਇਆ ਤੇ ਤੁਸੀਂ, ਤੁਹਾਡਾ ਇੱਕ ਮਾਈਂਡ ਦੇ ਵਿੱਚ ਸੀਗਾ ਕਿ ਜੇ ਮੈਨੂੰ ਰਿਜ਼ਲਟ ਆ ਸਕਦਾ ਤੇ ਮੈਂ ਵੀ ਹੈਲਪ ਕਰ ਸਕਾਂ। ਹਾਂਜੀ। ਤੇ ਅੱਜ ਦੀ ਡੇਟ ਦੇ ਵਿੱਚ ਕਿੰਨੀਆਂ ਕੁ ਲੇਡੀ ਐਸੀਆਂ ਨੇ ਜਿਨ੍ਹਾਂ ਦੀ ਤੁਸੀਂ ਹੈਲਪ ਕਰ ਚੁੱਕੇ ਹੋ? ਗਿਣਤੀ ਕਰਾਂ ਤਾਂ ਬਹੁਤ ਸਾਰੀਆਂ ਹੈ, ਕਿਉਂਕਿ ਮੈਂ ਕੈਂਸਰ ਪੇਸ਼ੈਂਟ ਤੋਂ ਔਰ ਪੀਸੀਓਡੀ, ਖਾਸ ਕਰਕੇ ਥਾਇਰਾਇਡ ਤੋਂ ਬਹੁਤ ਸਾਰੇ ਰਿਜ਼ਲਟ ਲੈ ਚੁੱਕੀ ਹਾਂ। ਜੀ ਜੀ। ਥਾਇਰਾਇਡ, ਪੀਸੀਓਡੀ ਮੇਨਲੀ ਜੋ ਲੇਡੀਜ਼ ਦੀਆਂ ਪ੍ਰੋਬਲਮਸ ਹੁੰਦੀਆਂ। ਹਾਂਜੀ। ਤੇ ਕਿਵੇਂ ਦਾ ਲੱਗਦਾ ਜਦੋਂ ਕੋਈ ਲੇਡੀ ਆ ਕੇ ਦੱਸਦੀ ਹੈ ਕਿ ਮੈਂ ਬਿਲਕੁਲ ਰਿਕਵਰ ਕਰ ਚੁੱਕੀ ਹਾਂ? ਐਕਚੁਅਲੀ ਮੈਨੂੰ ਸਹੀ ਦੱਸਾਂ ਤਾਂ ਮੈਨੂੰ ਅੰਦਰੋਂ ਇੰਨੀ ਕੁ ਖੁਸ਼ੀ ਹੁੰਦੀ ਆ, ਕਿਉਂਕਿ ਮੈਂ ਸੋਚਦੀ ਹਾਂ ਕਿ ਅਗਰ ਮੈਂ ਕਿਸੇ ਦੀ ਪੈਸੇ ਵੱਲੋਂ ਹੈਲਪ ਨਹੀਂ ਕਰ ਸਕਦੀ, ਮੈਂ ਇਸੇ ਤਰ੍ਹਾਂ ਜਦੋਂ ਹੈਲਪ ਕਰਦੀ ਨਾ, ਮੇਰੇ ਦਿਲ ਨੂੰ ਸਕੂਨ ਮਿਲਦਾ। ਉਸ ਟਾਈਮ ਮੈਂ ਇਦਾਂ ਲੱਗਦਾ ਕਿ ਮੈਂ ਬਹੁਤ ਵੱਡਾ ਕੰਮ ਕਰ ਦਿੱਤਾ ਸ਼ਾਇਦ। ਜੀ। ਕਿਉਂਕਿ ਉਹ ਮਨ ਦੀ ਸੰਤੁਸ਼ਟੀ ਹੋ ਜਾਂਦੀ ਹੈ ਕਿ ਮੈਂ ਹੈਲਪ ਕੀਤੀ, ਅਗਲੇ ਬੰਦੇ ਦਾ ਭਲਾ ਹੋ ਗਿਆ। ਬਿਲਕੁਲ ਬਿਲਕੁਲ। ਬਹੁਤ ਵੱਡੀ ਸੇਵਾ ਹੈ ਜੀ। ਜੇ ਕਿਸੇ ਦੇ ਮੂੰਹ ਦੇ ਉੱਤੇ ਸਮਾਈਲ ਆ ਜਾਵੇ ਇਹ ਤੁਹਾਡੇ ਕਰਕੇ, ਤੇ ਉਸ ਤੋਂ ਵੱਡੀ ਮੈਨੂੰ ਲੱਗਦਾ ਨਹੀਂ ਕੋਈ ਹੋਰ ਗੱਲ ਹੋਊਗੀ। ਸੋ ਪਰਮਿੰਦਰ ਜੀ, ਕੋਈ ਐਸਾ ਕਿੱਸਾ ਜਿਹੜਾ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਖੁਸ਼ ਕਰਦਾ ਹੋਵੇ ਕਿ ਜਿਹਨੂੰ ਸੋਚ ਕੇ ਤੁਸੀਂ ਅੱਜ ਵੀ ਹੱਸਦੇ ਹੋ ਜਾਂ ਖੁਸ਼ ਹੁੰਦੇ ਹੋ ਕਿ ਤੁਹਾਡੇ ਨਾਲ ਕੋਈ ਐਸਾ ਕਿੱਸਾ ਜੁੜਿਆ ਹੋਵੇ? ਸਾਡੇ ਵੀਵਰਸ ਨੂੰ ਜ਼ਰੂਰ ਦੱਸੋ। ਕਿੱਸਾ ਇੰਨਾ ਕੁ ਵੱਡਾ ਵੀ ਹੈ ਔਰ ਦੇਖਿਆ ਜਾਏ ਤਾਂ ਕੁਝ ਵੀ ਨਹੀਂ ਹੈ। ਅੱਜ ਵੀ ਜਦੋਂ ਯਾਦ ਕਰਦੀ ਹਾਂ ਉਹਨਾਂ ਪਲਾਂ ਨੂੰ, ਕਿਉਂਕਿ ਉਸ ਟਾਈਮ ਇੰਨਾ ਕੁ ਜਨੂਨ ਸਵਾਰ ਸੀ ਦਿਨ ਦੇ ਵਿੱਚ। ਮੈਂ ਧੁੱਪ ਨਹੀਂ ਦੇਖੀ, ਮੈਂ ਦਿਨ ਨਹੀਂ ਦੇਖਿਆ, ਮੈਂ ਰਾਤ ਨਹੀਂ ਵੇਖੀ, ਔਰ ਮੇਰੇ ਹਸਬੰਡ ਨੇ ਇੰਨੀ ਕੁ ਮੈਨੂੰ ਸਪੋਰਟ ਕੀਤੀ ਆ। ਮੈਂ ਥੈਂਕ ਯੂ ਕਰਦੀ ਹਾਂ ਗੋਡ ਦਾ, ਪਰਮਾਤਮਾ ਦਾ, ਔਰ ਆਪਣੀ ਫੈਮਿਲੀ ਦਾ, ਔਰ ਮੇਰੇ ਹਸਬੰਡ ਔਰ ਮੇਰੇ ਦੋਨੋਂ ਬੱਚੇ, ਮੇਰੇ ਦੋਨੋਂ ਬੇਟੀਆਂ। ਔਰ ਮੈਂ ਕਹਿੰਦੀ ਕਿ ਬੇਟੀਆਂ ਹੀ ਮਾਂ-ਬਾਪ ਦੀ ਸ਼ਾਨ ਹੁੰਦੀਆਂ। ਜਿਸ ਤਰ੍ਹਾਂ ਮੈਂ ਆਪਣੇ ਪਾਪਾ ਨੂੰ ਦੇਖ ਕੇ ਉਹਨਾਂ ਵੱਲ ਸਿੱਖਿਆ, ਇਸੇ ਤਰ੍ਹਾਂ ਮੈਂ ਆਪਣੀ ਬੇਟੀਆਂ ਨੂੰ ਸੇਮ ਉਸੇ ਤਰ੍ਹਾਂ ਹੀ ਬਣਾਉਣਾ ਚਾਹੁੰਦੀ ਹਾਂ। ਤੇ ਮੈਂ ਕਿਸੇ ਪੇਸ਼ੈਂਟ ਨੂੰ ਮੈਡੀਸਿਨ ਦੇਣ ਗਈ ਸੀ ਇਸੇ ਤਰ੍ਹਾਂ ਹੀ। ਪਿੰਡ ਕਾਫੀ ਦੂਰ ਸੀ। ਉਸ ਟਾਈਮ ਮੈਂ ਇਹ ਨਹੀਂ ਦੇਖਿਆ ਕਿ ਮੈਨੂੰ ਉਸ ਚੀਜ਼ ਚੋਂ ਕੀ ਬਚੇਗਾ। ਮੈਂ ਖੁਦ ਤੇਲ ਪੈਟਰੋਲ ਫੂਕ ਕੇ ਆਪਣੀ ਐਕਟਿਵਾ ਤੇ ਸਿਖਰ ਦੁਪਹਿਰੇ ਚਲੀ ਗਈ। ਉਸ ਟਾਈਮ ਧੁੱਪ ਵੀ ਕਾਫੀ ਸੀ। ਮੈਂ ਸੋਚਿਆ ਚਲੋ ਗਰਮੀਆਂ ਦੇ ਦਿਨ ਸੀਗੇ, ਪਹਿਲਾਂ ਸੋਚਿਆ ਕਿ ਸ਼ਾਮੀ ਚਲੇ ਜਾਂਦੇ ਆ। ਮੈਨੂੰ ਮਨਾ ਵੀ ਕੀਤਾ ਗਿਆ ਕਿ ਸ਼ਾਮੀ ਚਲੇ ਜਾਓ। ਮੈਂ ਕਿਹਾ ਨਹੀਂ, ਜਿਹੜਾ ਅੱਜ ਚੀਜ਼ ਹੈ ਅਗਰ ਉਹਨੂੰ ਕਸਟਮਰ ਨੂੰ ਜ਼ਰੂਰੀ ਚਾਹੀਦੀ ਹੈ ਤਾਂ ਮੈਂ ਜ਼ਰੂਰ ਪਹੁੰਚਾਉਣੀ ਚਾਹੀਦੀ ਹੈ। ਮੈਂ ਚਲੀ ਗਈ ਔਰ ਪਿੰਡ ਤੋਂ ਜਿਸ ਤਰ੍ਹਾਂ ਮੈਂ ਮੋੜੀ ਇੱਕ ਸਕੂਲ ਬੱਸ ਸਾਹਮਣੇ ਤੋਂ ਆ ਰਹੀ ਸੀ, ਕਿਉਂਕਿ ਪਿੰਡਾਂ ਦੇ ਮੋੜ ਜਿਹੜੇ ਛੋਟੇ ਛੋਟੇ ਹੁੰਦੇ ਆ, ਸੜਕਾਂ ਛੋਟੀਆਂ ਹੁੰਦੀਆਂ ਹਨ। ਔਰ ਸਕੂਲ ਬੱਸ ਇੱਕਦਮ ਜਦੋਂ ਸਾਹਮਣੇ ਆਈ, ਕੋਣੀ ਮੋੜ ਸੀ ਔਰ ਆਮੋ ਸਾਹਮਣੇ ਬਿਲਕੁਲ ਟੱਕਰ ਹੋ ਗਈ। ਔਰ ਜਿਸ ਤਰ੍ਹਾਂ ਨਾ ਤਾਂ ਮੈਂ ਦੂਸਰੀ ਸਾਈਡ ਮੁੜ ਸਕਦੀ ਸੀ, ਨਾ ਦੂਸਰੀ ਸਾਈਡ ਮੁੜ ਸਕਦੀ ਸੀ, ਕਿਉਂਕਿ ਬਿਲਕੁਲ ਡਰਾਈਵਰ ਵਾਲੀ ਸਾਈਡ ਦੇ ਵਿੱਚ ਐਕਟਿਵਾ ਮੇਰੇ ਅੰਦਰ ਧੱਸ ਚੁੱਕੀ ਸੀ। ਇੱਕ ਹੈਲਮਟ ਲੱਗਣ ਦੇ ਕਰਕੇ, ਕਿਉਂਕਿ ਮੇਰੀ ਆਦਤ ਆ ਕਿ ਮੈਂ ਜਦੋਂ ਵੀ ਬਾਹਰ ਨਿਕਲਦੀ ਹਾਂ ਐਕਟਿਵਾ ਤੇ, ਜਦੋਂ ਵੀ ਕਿਤੇ ਜਾਣਾ ਹੁੰਦਾ ਤੇ ਮੈਂ ਹੈਲਮਟ ਜ਼ਰੂਰ ਲਗਾਉਂਦੀ ਹਾਂ, ਕਿਉਂਕਿ ਹੈਲਮਟ ਸੇਫਟੀ ਹੈ ਸਾਡੀ। ਔਰ ਹੈਲਮਟ ਦੇ ਕਰਕੇ ਮੇਰਾ ਸਿਰ ਜਿਹੜਾ ਉਹ ਬਚ ਗਿਆ। ਪਰ ਜਦੋਂ ਉਹ ਗਿਰੀ ਮੈਂ ਔਰ ਲੋਕੀ ਇਕੱਠੇ ਹੋ ਗਏ ਪਿੰਡਾਂ ਦੇ ਉੱਤੇ, ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਇਹ ਮਾਹੌਲ ਹੈ ਕਿ ਏਕਤਾ ਬਹੁਤ ਹੈ, ਔਰ ਇੱਕਦਮ ਇਕੱਠੇ ਹੋ ਗਏ। ਉਹਨਾਂ ਨੂੰ ਲੱਗਾ ਕਿ ਸ਼ਾਇਦ ਲੜਕਾ ਹੈ। ਪਹਿਲਾਂ ਤਾਂ ਉਹਨਾਂ ਨੇ ਪਛਾਣਿਆ ਨਹੀਂ, ਕਿਉਂਕਿ ਮੈਂ ਪੈਂਟ ਸ਼ਰਟ ਪਾਈ ਹੋਈ ਸੀ। ਔਰ ਜਦੋਂ ਹੈਲਮਟ ਨੀਚੇ ਗਿਰਿਆ, ਉਹਨਾਂ ਨੇ ਦੇਖਿਆ ਕਿ ਬਾਲ ਨਹੀਂ ਇਹ ਤਾਂ ਲੜਕੀ ਹੈ। ਉਹਨਾਂ ਨੇ ਆ ਕੇ ਚੱਕਿਆ ਔਰ ਮੇਰੇ ਆਈਬ੍ਰੋ ਤੇ ਕਾਫੀ ਚਸ਼ਮਾ ਸੀਗਾ ਲੱਗਾ, ਹੈਲਮਟ ਦਾ ਸ਼ੀਸ਼ਾ ਹਟ ਗਿਆ, ਟੁੱਟ ਕੇ ਮੇਰੇ ਆਈਬ੍ਰੋ ਤੇ ਕੁੱਟ ਗਿਆ ਸੀ। ਔਰ ਜਦੋਂ ਹੁੱਬਿਆ, ਬਲੀਡਿੰਗ ਇੱਕਦਮ ਨੀਚੇ ਦੇ ਨੀਚ ਸਟਾਰਟ ਹੋ ਗਈ ਔਰ ਮੇਰੇ ਹੱਥ ਤੇ ਵੀ ਫ੍ਰੈਕਚਰ ਹੋ ਚੁੱਕਾ ਸੀ ਇਸ ਸਾਈਡ, ਔਰ ਕਾਫੀ ਗੁੱਝੀਆਂ ਸੱਟਾਂ ਲੱਗੀਆਂ ਹੋਈਆਂ ਸੀ। ਜਦੋਂ ਉਹਨਾਂ ਨੇ ਚੱਕਿਆ, ਮੈਨੂੰ ਸਾਈਡ ਤੇ ਕੀਤਾ, ਲੈ ਗਿਆ, ਕਹਿੰਦੇ ਫਟਾਫਟ ਬੰਦ ਹੋ ਇਹਨਾਂ ਨੂੰ, ਔਰ ਮੇਰੇ ਬਲੱਡ ਨਿਕਲ ਰਿਹਾ ਸੀ। ਮੈਨੂੰ ਇਹ ਲੱਗਿਆ ਕਿ ਹੈਡ ਇੰਜਰੀ ਸ਼ਾਇਦ ਹੋ ਚੁੱਕੀ ਹੈ, ਕਿਉਂਕਿ ਉਸ ਟਾਈਮ ਦੇਖ ਨਹੀਂ ਸਕਦੀ ਸੀ ਔਰ ਲੋਕ ਵੀ ਕਾਫੀ ਇਕੱਠੇ ਹੋ ਗਏ ਸੀਗੇ। ਔਰ ਉਸ ਟਾਈਮ ਵੀ ਕਿਸੇ ਨੇ ਮੇਰੇ ਤੋਂ ਪੁੱਛਿਆ, ਮਾਤਾ ਜੀ ਉੱਥੇ ਪਿੰਡ ਦੇ ਸੀਗੇ, ਉਹ ਕਹਿੰਦੇ ਬੇਟਾ ਕਿ ਤੂੰ ਇੱਧਰ ਕੀ ਕਰਨ ਆਈ ਸੀਗੀ? ਮੈਂ ਬੋਲਿਆ ਕਿ ਇੱਧਰ ਕਰਕੇ ਮੈਂ ਇੱਥੇ ਕੈਂਸਰ ਦਾ ਮਰੀਜ਼ ਸੀ, ਮੈਂ ਉਹਨਾਂ ਨੂੰ ਇਹ ਦਵਾਈ ਦੇਣ ਆਈ ਸੀਗੀ। ਇੱਕਦਮ ਹੀ ਮੁੜੀ ਤੇ ਸਾਹਮਣੇ ਤੋਂ ਮੈਨੂੰ ਪੁੱਛਦੇ ਕਿ ਕਾਹਦੀ ਦਵਾਈ ਦੇਣ ਆਈ ਸੀ? ਤੁਸੀਂ ਸੋਚੋ ਕਿ ਔਰ ਮੇਰੇ ਚੋਟ ਲੱਗੀ, ਬਲੱਡ ਨਿਕਲ ਰਿਹਾ, ਔਰ ਮੈਂ ਫਿਰ ਉੱਥੇ ਉਹਨਾਂ ਨੂੰ ਉਸ ਚੀਜ਼ ਬਾਰੇ ਦੱਸ ਰਹੀ ਕਿ ਮੇਰੇ ਕੋਲ ਇਹ ਚੀਜ਼ ਹੈ, ਜਾਣਕਾਰੀ ਦੇ ਰਹੀ ਹਾਂ, ਮੇਰੇ ਕੋਲ ਇਹ ਚੀਜ਼ ਹੈ। ਅਗਰ ਕੋਈ ਸ਼ੂਗਰ ਮਰੀਜ਼ ਹੈ, ਤੁਹਾਡੇ ਕੋਲ ਕੋਈ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਵਾਲਾ ਮਰੀਜ਼ ਹੈ, ਤਾਂ ਤੁਸੀਂ ਮੈਨੂੰ ਜ਼ਰੂਰ ਦੱਸਣਾ। ਔਰ ਮੈਨੂੰ ਉਹ ਕਿੱਸਾ ਅਜੇ ਵੀ ਯਾਦ ਆਉਂਦਾ। ਮੈਂ ਮਤਲਬ ਕਿ ਉਹ ਖੁਦ ਹੈਰਾਨ ਹੁੰਦੇ ਜਦੋਂ ਮੈਂ ਹੁਣ ਵੀ ਉਹਨਾਂ ਨੂੰ ਮਿਲਦੀ ਹਾਂ। ਐਕਚੁਅਲੀ ਮੇਰੇ ਕਸਟਮਰ ਬਣ ਚੁੱਕੇ ਉਹ, ਉਹਨਾਂ ਨੂੰ ਸ਼ੂਗਰ ਦੀ ਦਿੱਕਤ ਸੀ। ਉਹਨਾਂ ਨੇ ਮੈਨੂੰ ਬਾਅਦ ਵਿੱਚ ਕਾਲ ਕੀਤੀ, ਜਦੋਂ ਵੀ ਉਹ ਕਿਤੇ ਇਸ ਗੱਲ ਦਾ ਜ਼ਿਕਰ ਕਰਦੇ ਆ, ਕਹਿੰਦੇ ਖੁਦ ਐਕਸੀਡੈਂਟ ਹੋਇਆ ਔਰ ਫਿਰ ਵੀ ਸਾਨੂੰ ਇਹ ਸਮਝਾ ਰਹੀ ਹੈ, ਜਾਣਕਾਰੀ ਦੇ ਰਹੀ ਹੈ। ਮਤਲਬ ਕਿ ਇਹ ਕਿੱਸਾ ਮੇਰੇ ਯਾਦਗਾਰ ਹਮੇਸ਼ਾ ਵਾਸਤੇ ਹਮੇਸ਼ਾ ਯਾਦਗਾਰ ਰਹੇਗਾ ਕਿੱਸਾ। ਸੋ ਇਦਾਂ ਦੇ ਹੋਰ ਵੀ ਕਈ ਕਿੱਸੇ ਹੋਣਗੇ। ਸੋ ਅਸੀਂ ਜਿੱਦਾਂ ਦੇਖਦੇ ਹਾਂ ਕਿ ਮੈਡਮ ਪਰਮਿੰਦਰ ਹੋਣਾ ਨੇ ਕਾਫੀ ਮਿਹਨਤ ਕੀਤੀ ਹੈ, ਇਹਨਾਂ ਨੂੰ ਸਪੋਰਟ ਵੀ ਮਿਲਿਆ।
ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਜੇ ਪਰਮਿੰਦਰ ਜੀ ਦੇਖੋ ਕਿ ਅੱਜ ਦੀਆਂ ਲੇਡੀਜ਼ ਖੁੱਲ ਕੇ ਕੰਮ ਨਹੀਂ ਕਰ ਸਕਦੀਆਂ, ਚਾਹੇ ਉਹ ਫੈਮਿਲੀ ਮੈਟਰ ਹੋਵੇ ਜਾਂ ਹਸਬੈਂਡ ਦੀ ਸਪੋਰਟ ਨਾ ਹੋਵੇ, ਉਹਨਾਂ ਲੇਡੀਜ਼ ਵਾਸਤੇ ਤੁਹਾਡਾ ਕੀ ਮੈਸੇਜ ਹੈ? ਹਾਂਜੀ, ਮੈਂ ਜੋ ਵੀ ਇਹ ਮੇਰੀਆਂ ਭੈਣਾਂ ਜੋ ਮਾਤਾ ਇਹ ਦੇਖ ਰਹੀਆਂ ਵੀਡੀਓ, ਮੈਂ ਉਹਨਾਂ ਨੂੰ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਦੀ ਹਾਂ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਦੇਖਿਆ ਜਾਏ ਤਾਂ ਇੰਨੇ ਕੁ ਹਾਲਾਤ ਟਾਈਟ ਹੋ ਚੁੱਕੇ ਨੇ, ਜੌਬ ਦੀ ਦਿੱਕਤ ਸਭ ਨੂੰ ਆ ਰਹੀ ਹੈ। ਮੇਰੀਆਂ ਲੇਡੀਜ਼ ਖਾਸ ਕਰਕੇ ਜੋ ਹੈ ਭੈਣਾਂ, ਉਹਨਾਂ ਨੂੰ ਇਹ ਮੈਸੇਜ ਜ਼ਰੂਰ ਦੇਣਾ ਚਾਹੁੰਦੀ ਹਾਂ, ਕਿਉਂਕਿ ਕਿਤੇ ਨਾ ਕਿਤੇ ਜੋ ਉਹਨਾਂ ਦੇ ਡ੍ਰੀਮਸ ਹੈ, ਉਹਨਾਂ ਦੇ ਸੁਪਨੇ ਨੇ, ਉਹ ਦਬਾ ਚੁੱਕੀਆਂ ਨੇ, ਆਪਣੇ ਫੈਮਿਲੀ ਦੇ ਵਿੱਚ ਘਰੇਲੂ ਕੰਮਾਂ ਦੇ ਵਿੱਚ ਰੁੱਝ ਚੁੱਕੀਆਂ ਨੇ, ਆਪਣੇ ਡ੍ਰੀਮਸ ਨੂੰ, ਸੁਪਨਿਆਂ ਨੂੰ ਦਬਾ ਚੁੱਕੀਆਂ ਨੇ। ਉਹ ਆਪਣੇ ਸੁਪਨਿਆਂ ਨੂੰ ਅਗਰ ਪੂਰਾ ਜ਼ਰੂਰ ਕਰਨਾ ਚਾਹੁੰਦੀਆਂ ਨੇ ਤੇ ਆਪਣੀ ਫੈਮਿਲੀ ਦੀ ਸਪੋਰਟ ਦੇ ਨਾਲ ਆਪਣੇ ਡ੍ਰੀਮਸ ਨੂੰ ਜ਼ਰੂਰ ਪੂਰਾ ਕਰਨ, ਕਿਉਂਕਿ ਅਗਰ ਮੈਂ ਕਰ ਸਕਦੀ ਇੱਕ ਲੇਡੀ ਹੋ ਕੇ ਤੇ ਤੁਸੀਂ ਵੀ ਕਰ ਸਕਦੀਆਂ। ਤੇ ਮੇਰਾ ਮੈਸੇਜ ਇਹ ਹੈ ਜੀ, ਜਿੱਦਾਂ ਮੈਡਮ ਹੁਣਾਂ ਨੇ ਮੈਸੇਜ ਦਿੱਤਾ ਕਿ ਕੋਈ ਵੀ ਕੰਮ ਜੇ ਇਹ ਕਰ ਸਕਦੇ ਨੇ ਤੇ ਤੁਸੀਂ ਵੀ ਕਰ ਸਕਦੇ ਹੋ, ਕੋਈ ਕੰਮ ਛੋਟਾ ਨਹੀਂ ਹੁੰਦਾ। ਜੀ ਬਿਲਕੁਲ ਬਿਲਕੁਲ, ਜਿਹਦੇ ਵਿੱਚ ਵਾਸਤੇ ਅਸੀਂ ਤੁਹਾਡੇ ਨਾਲ ਆ, ਚੈਨਲ ਤੁਹਾਡੇ ਨਾਲ ਆ। ਤੁਸੀਂ ਕਿਸੇ ਵੀ ਤਰ੍ਹਾਂ ਦਾ ਸ਼ੇਅਰਿੰਗ ਕਰਨਾ ਚਾਹੋ ਜਾਂ ਕੰਮ ਦੇ ਬਾਰੇ ਜਾਣਕਾਰੀ ਲੈਣਾ ਚਾਹੋ, ਮੈਡਮ ਪਰਮਿੰਦਰ ਹੋਣੀ ਵੀ ਤੇ ਚੈਨਲ ਵੀ ਤੁਹਾਡੇ ਨਾਲ ਹੈ। ਤੁਸੀਂ ਨੋ ਡਾਊਟ ਤੁਸੀਂ ਜੋ ਸਕਰੀਨ ਤੇ ਨੰਬਰ ਫਲੈਸ਼ ਆਊਟ ਹੋ ਰਹੇ ਨੇ, ਤੁਸੀਂ ਪੁੱਛ ਸਕਦੇ ਹੋ, ਕਾਲ ਕਰ ਸਕਦੇ ਹੋ। ਦੂਸਰੀ ਗੱਲ ਇੱਕ ਹੋਰ ਮੈਡਮ, ਕਿ ਤੁਸੀਂ ਅੱਜ ਦੇ ਸੁਸਾਇਟੀ ਨੂੰ, ਖਾਸ ਕਰਕੇ ਲੇਡੀਜ਼ ਨੂੰ ਵੀ, ਅੱਜ ਕੱਲ੍ਹ ਦੀ ਸੁਸਾਇਟੀ ਨੂੰ, ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅੱਜ ਦੇ ਯੂਥ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਅੱਜ ਜੋ ਵੀ ਲੋਕਡਾਊਨ ਦੇ ਕਰਕੇ ਹੋ ਰਿਹਾ, ਦਿੱਕਤ ਹੋ ਰਹੀ ਹੈ, ਔਰ ਬਹੁਤ ਸਾਰੀਆਂ ਜੌਬ ਚਲੀ ਗਈਆਂ, ਪੜ੍ਹੇ ਲਿਖੇ ਨੌਜਵਾਨ ਘਰ ਦੇ ਵਿੱਚ ਬੈਠੇ ਨੇ, ਅਨਇੰਪਲੋਇਮੈਂਟ ਸਭ ਤੋਂ ਜ਼ਿਆਦਾ ਵੱਧ ਰਿਹਾ, ਬਿਮਾਰੀ ਤੇ ਬੇਰੁਜ਼ਗਾਰੀ, ਦੋ ਮੇਜਰ ਇਸ਼ੂ ਜਿਹੜੇ ਜ਼ਿਆਦਾ ਬਣ ਚੁੱਕੇ ਨੇ। ਜੋ ਵੀ ਯੂਥ ਹੈ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ, ਕਿਉਂਕਿ ਅਗਰ ਦੇਖੋ ਮੈਂ ਨਹੀਂ ਪੜ੍ਹ ਸਕੀ, ਕਿਤੇ ਨਾ ਕਿਤੇ ਮੈਂ ਉਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀ ਹਾਂ, ਤੇ ਉਹ ਵੀ ਬਿਲਕੁਲ ਇਹ ਨਾ ਸੋਚਣ ਕਿ ਸ਼ਾਇਦ ਉਹ ਕੁਝ ਕਰ ਨਹੀਂ ਸਕਦੇ, ਬਹੁਤ ਕੁਝ ਕਰ ਸਕਦੇ ਨੇ, ਕਿਉਂਕਿ ਅੱਜ ਟਾਈਮ ਹੈ ਡਿਜੀਟਲ ਦਾ। ਚੈਨਲ ਤੁਹਾਡੇ ਨਾਲ ਹੈ, ਅਗਰ ਕੋਈ ਵੀ ਬੰਦਾ ਕੁਝ ਵੀ ਕਰਨਾ ਚਾਹੁੰਦਾ ਹੈ, ਤੁਸੀਂ ਨੀਚੇ ਸਕਰੀਨ ਦੇ ਉੱਤੇ ਨੰਬਰ ਦਿੱਤੇ ਹੋਏ, ਤੁਸੀਂ ਕਾਲ ਕਰਕੇ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਤੁਸੀਂ ਲੈ ਸਕਦੇ ਹੋ। ਅਗਰ ਕੰਮ ਕਰਨਾ ਚਾਹੁੰਦੇ ਆ ਕੋਈ ਵੀ ਕਿਸੇ ਵੀ ਤਰੀਕੇ ਦਾ, ਤੁਸੀਂ ਉਹ ਵੀ ਤੁਸੀਂ ਪੁੱਛ ਸਕਦੇ ਹੋ, ਔਰ ਡਿਜੀਟਲ ਹੋ ਕੇ ਤੁਸੀਂ ਕਿਤੇ ਵੀ ਬੈਠੇ ਕੰਮ ਘਰ ਦੇ ਵਿੱਚ ਵੀ ਕਰ ਸਕਦੇ ਹੋ, ਪਰ ਇੱਕ ਵਾਰ ਸਟਾਰਟਅਪ ਜ਼ਰੂਰ ਕਰਨਾ ਚਾਹੀਦਾ। ਜੀ ਬਿਲਕੁਲ ਬਿਲਕੁਲ। ਮੈਂ ਇੱਕ ਸਵਾਲ ਹੋਰ ਪੁੱਛਦਾ ਹਾਂ ਹਰ ਇੱਕ ਨੂੰ ਕਿ ਲੋਕਡਾਊਨ ਕਿਵੇਂ ਦਾ ਰਿਹਾ ਤੁਹਾਡਾ? ਲੋਕਡਾਊਨ ਕਿਵੇਂ ਦਾ ਰਿਹਾ? ਜੇ ਮੈਂ ਸਹੀ ਦੱਸਾਂ ਤਾਂ ਮੇਰਾ ਲੋਕਡਾਊਨ ਬਹੁਤ ਵਧੀਆ ਰਿਹਾ। ਪਿਛਲੇ ਸਾਲ ਵੀ ਜੋ ਲੋਕਡਾਊਨ ਸੀਗਾ ਬਹੁਤ ਵਧੀਆ ਸੀ, ਕਿਉਂਕਿ ਉਹਦੇ ਵਿੱਚੋਂ ਹੀ ਜ਼ਿਆਦਾ ਮੇਰੀ ਪਹਿਚਾਣ ਬਣੀ ਹੈ। ਜੀ, ਸਿੱਖਣ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਕਿਉਂਕਿ ਇਦਾਂ ਦੇ ਹੀ ਪਲ ਤੁਹਾਨੂੰ ਅੱਗੇ ਵਧਣ ਲਈ ਮੌਕਾ ਦਿੰਦੇ ਨੇ। ਜੀ ਬਿਲਕੁਲ ਬਿਲਕੁਲ। ਕਈਆਂ ਵਾਸਤੇ ਬਹੁਤ ਨੈਗੇਟਿਵਿਟੀ ਸੀਗੀ ਕਿ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਲੋਕਡਾਊਨ ਦੇ ਵਿੱਚ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ, ਬਟ ਉਹਨਾਂ ਲੋਕਾਂ ਦੀ ਉੱਥੇ ਰਹਿ ਗਈ ਕਿ ਅਸੀਂ ਜੇ ਕੁਝ ਸਿੱਖਿਆ ਤੇ ਉਹ ਕੰਮ ਆਏਗਾ। ਹਾਂਜੀ ਹਾਂਜੀ ਜੋ ਜੀ ਇੱਕ ਗੱਲ ਹੋ ਰਿਹਾ ਕਿ ਕਿਉਂਕਿ ਮੇਨ ਚੀਜ਼ ਜਿਹੜੀ ਹੈ ਨਾ ਮਾਈਂਡਸੈਟ। ਜੀ ਬਿਲਕੁਲ। ਮਾਈਂਡਸੈਟ ਅਗਰ ਅਸੀਂ ਜਿੱਦਾਂ ਦਾ ਬਣਾ ਲਾਂਗੇ ਉਦਾਂ ਦਾ ਹੋ ਜਾਏਗਾ। ਬਿਲਕੁਲ ਬਿਲਕੁਲ। ਕਿਉਂਕਿ ਅਗਰ ਅਸੀਂ ਸੋਚੀ ਜਾਵਾਂਗੇ ਕਿ ਲੋਕਡਾਊਨ ਸਾਡੇ ਹਾਲਾਤ ਟਾਈਟ ਕਰਨ ਆਇਆ, ਤਾਂ ਅਸੀਂ ਉਦਾਂ ਦੀ ਸੋਚ ਲੈ ਕੇ ਚੱਲਾਂਗੇ। ਅਗਰ ਅਸੀਂ ਇਹ ਸੋਚਾਂਗੇ ਕਿ ਲੋਕਡਾਊਨ ਹੋਇਆ ਸ਼ਾਇਦ ਅੱਛੇ ਲਈ ਹੋਇਆ, ਤੁਸੀਂ ਅੱਛੇ ਦੀ ਸੋਚ ਲੈ ਕੇ ਚੱਲੋ, ਅੱਗੇ ਵਧੋ। ਬਿਲਕੁਲ। ਸ਼ਾਇਦ ਪਰਮਾਤਮਾ ਵੀ ਉਸ ਕੰਮ ਲਈ ਵਧਾਉਣ ਲਈ ਸਾਡੀ ਹੈਲਪ ਕਰਦਾ ਹੈ। ਜੀ ਪੋਜ਼ਿਟਿਵ ਥਿੰਕਿੰਗ। ਵੈਰੀ ਗੁੱਡ। ਬਹੁਤ ਬਹੁਤ ਵਧੀਆ ਮੈਸੇਜ ਹੈ ਕਿ ਜੇ ਕੋਈ ਵੀ ਨੈਗੇਟਿਵ ਸਿਚੁਏਸ਼ਨ ਆ ਜਾਵੇ ਉਹਨੂੰ ਤੁਸੀਂ ਪੋਜ਼ਿਟਿਵਿਟੀ ਵਿੱਚ ਕਿਵੇਂ ਕਨਵਰਟ ਕਰਨਾ ਹੈ, ਤੁਹਾਡੇ ਮਾਈਂਡਸੈਟ ਦੇ ਉੱਤੇ ਹੈ। ਹਾਂਜੀ, ਬਹੁਤ ਵਧੀਆ ਮੈਸੇਜ ਦਿੱਤਾ ਮੈਮ। ਲਾਸਟ ਤੇ ਸਾਡੇ YouTube ਚੈਨਲ ਟਰੂ ਪ੍ਰਮੋਸ਼ਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਜੋ ਜੀ, ਤੁਹਾਡਾ YouTube ਚੈਨਲ ਜਿਹੜਾ ਟਰੂ ਪ੍ਰਮੋਸ਼ਨ, ਉਹਦੇ ਬਾਰੇ ਤਾਂ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈ। ਮਤਲਬ ਕਿ ਬਹੁਤ ਸਾਰੀਆਂ ਲੇਡੀਜ਼, ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਜਿਨ੍ਹਾਂ ਨੇ ਕਿਤੇ ਨਾ ਕਿਤੇ ਆਪਣੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕੀਤੀ, ਸ਼ਾਇਦ ਕਿਤੇ ਨਾ ਕਿਤੇ ਨਹੀਂ ਹੋ ਪਾਈ, ਪਰ ਟਰੂ ਪ੍ਰਮੋਸ਼ਨ ਉਹਨਾਂ ਦੀ ਪਹਿਚਾਣ ਬਣਾਉਣ ਦੇ ਵਿੱਚ ਹੈਲਪ ਕਰ ਰਿਹਾ ਹੈ। ਔਰ ਬਹੁਤ ਸਾਰੇ ਲੋਕ ਜਿਹੜੇ ਚਾਹੁੰਦੇ ਆ ਕਿ ਸਾਡੀ ਵੀ ਪਹਿਚਾਣ ਇਸ ਤਰ੍ਹਾਂ ਹੀ ਬਣੇ, ਤੇ ਟਰੂ ਪ੍ਰਮੋਸ਼ਨ ਤੇ ਜਰੂਰ ਕਾਲ ਕਰਨ। ਨੀਚੇ ਦਿੱਤੇ ਨੰਬਰਾਂ ਤੇ ਇੱਕ ਵਾਰ ਜਰੂਰ ਕਾਲ ਕਰੋ। ਔਰ ਮੈਂ ਸਭ ਤੋਂ ਜ਼ਿਆਦਾ ਥੈਂਕ ਯੂ ਕਰਦੀ ਹਾਂ ਹਰਜੋਤ ਜੀ ਦਾ ਕਿ ਉਹਨਾਂ ਨੇ ਮੈਨੂੰ ਆਪਣੇ ਚੈਨਲ ਤੇ ਬੁਲਾਇਆ ਔਰ ਤੁਹਾਡੇ ਨਾਲ ਇੰਟਰੋਡਿਊਸ ਕਰਾਇਆ। ਥੈਂਕ ਯੂ ਵੈਰੀ ਮਚ। ਇਹ ਸੀ ਮੈਡਮ ਪਰਮਿੰਦਰ ਜੀ, ਜਿਨ੍ਹਾਂ ਨੇ ਆਪਣੇ ਲਾਈਫ ਦੇ ਕੁਝ ਛੋਟੇ-ਮੋਟੇ ਤਜਰਬੇ ਜਿਨ੍ਹਾਂ ਨੂੰ ਸ਼ੇਅਰ ਕੀਤਾ ਤੇ ਅੱਜ ਇੱਕ ਵੱਡੇ ਮੁਕਾਮ ਵੱਲ ਜਾ ਰਹੇ ਨੇ। ਆਪਣਾ ਸਟਰਗਲ ਸ਼ੇਅਰ ਕੀਤਾ, ਆਪਣੀ ਮਿਹਨਤ, ਹਾਰਡ ਵਰਕਿੰਗ। ਜਿਵੇਂ ਤੁਸੀਂ ਸੁਣਿਆ ਕਿ ਉਹਨਾਂ ਦੇ ਸੱਟ ਲੱਗੀ ਸੀਗੀ, ਤਾਂ ਵੀ ਉਹ ਆਪਣੇ ਬਿਜ਼ਨਸ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਿਡ ਸੀਗੇ, ਲੋਕਾਂ ਨੂੰ ਦੱਸਦੇ ਸੀਗੇ। ਸੋ ਇਹ ਇਹਨਾਂ ਵਾਸਤੇ ਖੁਸ਼ੀ ਦਾ ਵੀ ਪਲ ਸੀ, ਪਰ ਸਾਡੇ ਲਈ ਇੱਕ ਸਿੱਖਣ ਦਾ ਮੌਕਾ ਹੈ ਕਿ ਅਸੀਂ ਹਰ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਪੋਜ਼ਿਟਿਵ ਰੱਖੀਏ, ਹਾਰਡ ਵਰਕ ਕਰੀਏ, ਸਮਾਰਟ ਵਰਕ ਕਰੀਏ ਤੇ ਆਪਣੀ ਲਾਈਫ ਨੂੰ ਕਾਮਯਾਬ ਬਣਾਈਏ। ਸੋ ਲਾਸਟ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਡਮ ਪਰਮਿੰਦਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਥੈਂਕ ਯੂ ਵੈਰੀ ਮਚ ਦੋਸਤੋ।